ਤਾਂ ਉਧਰ ਵਿਜੀਲੈਂਸ ਦੀ ਰਡਾਰ ਤੇ ਮਦਨ ਲਾਲ ਜਲਾਲਪੁਰ ਵੀ ਨੇ। ਇਸ ਨੂੰ ਲੈ ਕੇ ਵੀ ਵੱਡੀ ਖਬਰ ਆ ਰਹੀ ਹੈ। ਪਿੰਡ ਆਕੜੀ ਦੇ ਪੰਚਾਇਤ ਫੰਡ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ। ਘੁਟਾਲੇਬਾਜ਼ ਸਰਪੰਚ ਦਾ ਜ਼ਿਕਰ ਹੋ ਰਿਹਾ। ਘੁਟਾਲੇਬਾਜ਼ ਸਰਪੰਚ ਦੇ ਜਲਾਲਪੁਰ ਦੇ ਨਾਲ ਤਾਰ ਜੁੜਦੇ ਹੋਏ ਨਜ਼ਰ ਆ ਰਹੇ ਨੇ। ਸੂਤਰਾਂ ਦੇ ਮੁਤਾਬਿਕ ਇਹ ਵੀ ਇੱਕ ਵੱਡੀ ਜਾਣਕਾਰੀ ਹੈ, ਇਹ ਵੀ ਇੱਕ ਵੱਡਾ ਮਸਲਾ ਹੈ। ਮਦਨ ਲਾਲ ਜਲਾਲਪੁਰ ਦਾ ਜ਼ਿਕਰ ਕੀਤਾ ਜਾਵੇ ਤਾਂ ਕਈ ਆਪਣੇ ਸਮੇਂ ਤੇ ਉਹ ਸੁਰਖੀਆਂ ਦੇ ਵਿੱਚ ਰਹੇ ਨੇ। ਸਾਬਕਾ ਵਿਧਾਇਕ ਨੇ। ਪਿੰਡ ਆਕੜੀ ਦਾ ਇਹ ਸਾਰਾ ਮਾਮਲਾ ਹੈ ਜਿਸ ਦੇ ਸਰਪੰਚ ਦੇ ਨਾਲ ਮਿਲੀ ਭੁਗਤ ਦੇ ਇਲਜ਼ਾਮ ਲੱਗ ਰਹੇ ਨੇ, ਕਿਉਂਕਿ ਘੁਟਾਲੇਬਾਜ਼ ਸਰਪੰਚ ਜਿਸ ਦਾ ਜ਼ਿਕਰ ਹੋ ਰਿਹਾ ਹੈ। ਖਾਸ ਤੌਰ ਤੇ ਇਸ ਵੇਲੇ ਅਹਿਮ ਹੈ ਕਿਉਂਕਿ ਇੱਕ ਤੋਂ ਬਾਅਦ ਇੱਕ ਜਿਹੜੇ ਲੀਡਰ ਨੇ, ਜਿਹੜੇ ਹਿੱਸਾ ਰਹੇ ਨੇ ਸਰਕਾਰ ਦਾ, ਸੋ ਉਹਨਾਂ ਤੇ ਇਲਜ਼ਾਮਾਤ ਲੱਗ ਰਹੇ ਨੇ। ਸਰਪੰਚ ਤੇ ਦੱਸ ਦਈਏ ਕਿ 12.24 ਯਾਨੀ ਕਿ ਕਰੀਬ 13 ਕਰੋੜ ਦੇ ਗਬਨ ਦਾ ਇਲਜ਼ਾਮ ਹੈ। ਵਿਜੀਲੈਂਸ ਨੇ ਸਰਪੰਚ ਹਰਜੀਤ ਕੌਰ ਨੂੰ गिरफ्तार किया हुआ है। विजिलेंस ਨੂੰ ਕੰਟਰੈਕਟਰ ਦਿਨੇਸ਼ ਬਾਂਸਲ ਦੀ ਤਲਾਸ਼ ਹੈ ਔਰ ਜਲਾਲਪੁਰ ਦੇ ਜ਼ਰੀਏ ਇਹ ਸਾਰਾ ਲੈਣ-ਦੇਣ ਹੁੰਦਾ ਸੀ। ਇਹ ਜਾਣਕਾਰੀ ਸੂਤਰਾਂ ਦੇ ਮੁਤਾਬਿਕ ਸਾਹਮਣੇ ਆ ਰਹੀ ਹੈ। ਜਲਾਲਪੁਰ ਦੀ ਸਫਾਈ ਵੀ ਸਾਹਮਣੇ ਆਈ ਕਿ ਕਿਸੇ ਵੀ ਤਰ੍ਹਾਂ ਦੀ ਜਾਂਚ ਦੇ ਲਈ ਉਹ ਤਿਆਰ ਨੇ। ਉਹਨਾਂ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ, ਉਹਨਾਂ ਦਾ ਬਿਆਨ ਸਾਹਮਣੇ ਆ ਚੁੱਕਿਆ ਹੈ। ਫਿਲਹਾਲ ਆਸਟ੍ਰੇਲੀਆ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਪੰਜਾਬ ਆ ਕੇ ਜਾਂਚ ਦੇ ਵਿੱਚ ਸ਼ਾਮਿਲ ਹੋਵਾਂਗਾ। तो आखिरकार मौजूदा सरकार की कुछ कह रही है इस मामले नूं लैके। कुलदीप धालीवाल की कुछ कह रहे हैं इस मामले ते सुनदे आ। बहुत वड्डा तुहानूं भी पता कपला होया सी, असीं कई अफसर च सस्पेंड भी कीते आ ते अज वो विजिलेंस ने, क्योंकि विजिलेंस दे कोल ओहदी जांच सीगी, अज एक सरपंच जिहड़ी वो अरेस्ट कीती है, जिहड़ी साबका MLA विधायक दे नेड़े दे सरपंच सीगे, जिहड़े पैसे आए इन्हां दे करोड़ां साहब ने अपना जमातपुर साहब जिहड़े मदन लाल ਉਹਨਾਂ ਦੇ ਨੇੜੇ ਵਾਲੇ ਸਰਪੰਚ ਸੀਗੇ। ਸੋ ਮਦਨ ਲਾਲ ਜਲਾਲਪੁਰ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਉਹ ਜਾਂਚ ਦੇ ਵਿੱਚ ਸ਼ਾਮਿਲ ਹੋਣਗੇ, ਹਿੱਸਾ ਬਣਨਗੇ ਜਾਂਚ ਦਾ। ਫਿਲਹਾਲ ਉਹ ਬਾਹਰ ਨੇ, ਵਿਦੇਸ਼ ਨੇ ਔਰ ਜਦੋਂ ਹੀ ਪੰਜਾਬ ਆਉਣਗੇ ਤਾਂ ਹਿੱਸਾ ਬਣਿਆ ਜਾਏਗਾ। ਸੋ ਸਿੱਧੇ ਤੌਰ ਤੇ ਘੁਟਾਲੇ ਦੇ ਵਿੱਚ ਹੁਣ ਜਲਾਲਪੁਰ ਉਹਨਾਂ ਦਾ ਵੀ ਨਾਂ ਸਾਹਮਣੇ ਆ ਰਿਹਾ। ਇਸ ਨੂੰ ਲੈ ਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਵਿੱਚ ਵੀ ਵਾਧਾ ਹੋ ਸਕਦਾ ਹੈ। ਇਸ ਤੋਂ ਵੀ ਕੋਈ ਜਿਹੜਾ ਡਿਨਾਈ ਨਹੀਂ ਕੀਤਾ ਜਾ ਸਕਦਾ। मनोज शर्मा ने फोन लाइन ते पत्रकार पटियाला तो। मनोज की कुछ जानकारी है जेकर इस घोटाले दा असीं जिक्र करदे हां तां? जी बिल्कुल गुरजोत, जदों कोई घपला हुंदा तां ओहदे विच एक व्यक्ति दोषी नहीं पाया हुंदा, ओहदे विच एक पूरी चेन हुंदी है। एक ऐसे बंदे जुड़े हुंदे ने जिन्हां दा असर रसूख होवे, फिर चाहे वो राजनेता होण या अधिकारी होण। गल इस घपले दी आपां करिए तां इह घोटाला सिर्फ इसे तक ही सीमित नहीं हैगा। हजे 12 करोड़ तो कुछ जिहड़ी वध दी राशि हैगी है ਉਹਦੇ ਆਧਾਰ ਤੇ ਵਿਜੀਲੈਂਸ ਨੇ ਜਿਹੜੇ ਸਰਪੰਚ ਹੈਗੀ ਹੈ ਹਰਜੀਤ ਕੌਰ ਨੂੰ ਗ੍ਰਿਫਤਾਰ ਕੀਤਾ। ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਮਦਨ ਲਾਲ ਜਲਾਲਪੁਰ ਦੇ ਬਾਰੇ, ਜਿਵੇਂ ਕੱਲ ਵੀ ਅਸੀਂ ਗੱਲ ਕੀਤੀ ਸੀ ਕਿ ਸ਼ੱਕ ਦੀ ਸੂਈ ਉਹਨਾਂ ਤੇ ਵੀ ਹੈ ਤੇ ਉਹਨਾਂ ਨੇ ਸਫਾਈ ਦਿੱਤੀ ਸੀ ਕਿ ਮੈਂ ਖੁਦ ਇਹਨਾਂ ਘੁਟਾਲਿਆਂ ਨੂੰ ਉਜਾਗਰ ਕਰਨ ਦੇ ਲਈ ਸਰਕਾਰ ਦੇ ਉੱਪਰ ਸਵਾਲ ਖੜੇ ਕਰਦਾ ਸੀਗਾ। ਇਸ ਕਰਕੇ ਮੈਨੂੰ ਕਿਸੇ ਦੀ ਜਾਂਚ ਦਾ ਕੋਈ ਡਰ ਨਹੀਂ ਹੈਗਾ। ਬੇਸ਼ੱਕ ਮੈਂ ਵਿਦੇਸ਼ਾਂ ਮੈਂ ਆ ਕੇ ਜੇ ਕੋਈ ਜਾਂਚ ਹੁੰਦੀ ਹੈ ਤਾਂ ਉਹਦੇ ਵਿੱਚ ਸ਼ਾਮਲ ਹੋਣ ਤੋਂ ਮੈਨੂੰ ਕੋਈ ਗੁਰੇਜ਼ ਨਹੀਂ ਹੈਗਾ। ਪਰ ਦੂਜੇ ਪਾਸੇ ਆਪਾਂ ਦੇਖੀਏ ਤਾਂ ਇਹ ਜਿਹੜਾ ਘੁਟਾਲਾ ਹੈਗਾ ਵੱਡੀ ਲੈਵਲ ਤੇ ਘਨੌਰ ਹਲਕੇ ਦੇ ਵਿੱਚ ਤੇ ਰਾਜਪੁਰਾ ਹਲਕੇ ਦੇ ਵਿੱਚ ਪਿਛਲੀ ਸਰਕਾਰ ਸਮੇਂ ਜਿਹੜੇ ਵਿਕਾਸ ਕੰਮ ਹੋਏ ਸੀ ਉਹਨਾਂ ਦੇ ਵਿੱਚ ਵੱਡੇ ਘੁਟਾਲੇ ਹੋਏ ਸੀ। ਫਿਰ ਚਾਹੇ ਉਹ ਸੀਵਰੇਜ ਦਾ ਕੰਮ ਹੋਵੇ, ਚਾਹੇ ਇਹ ਜਿਹੜਾ ਪੰਚਾਇਤਾਂ ਦਾ ਕੰਮ ਹੋਇਆ, ਜਿਹੜੀ ਗ੍ਰਾਂਟ ਆਈ ਸੀ ਮੁਆਵਜ਼ੇ ਦੀ, ਉਹਦਾ ਹੋਵੇ, ਤਾਂ ਕੁੱਲ ਮਿਲਾ ਕੇ ਗੁਰਜੋਤ ਇਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵਿਜੀਲੈਂਸ ਜਿਹੜੀ ਹੈਗੀ ਹੈ ਕਈ ਹੋਰ ਵਿਅਕਤੀਆਂ ਤੋਂ ਜਾਂ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਸਕਦੀ ਹੈ ਤੇ ਉਹਦੇ ਵਿੱਚ ਹੋਰ ਵੱਡੇ ਖੁਲਾਸੇ ਹੋਣਗੇ। ਤੇ ਉਹਦੇ ਵਿੱਚ ਆਪਾਂ ਨਹੀਂ ਗੱਲ ਕਹਿ ਸਕਦੇ ਕਿ ਕੋਈ ਹੋਰ ਜਿਹੜੇ ਵੱਡੇ ਨਾਮ ਨੇ, ਕੋਈ ਅਧਿਕਾਰੀ ਨੇ ਚਾਹੇ ਰਾਜਨੇਤਾ ਨੇ, ਉਹ ਵੀ ਸਾਹਮਣੇ ਆਉਣਗੇ ਤੇ ਵਿਜੀਲੈਂਸ ਉਹਨਾਂ ਤੋਂ ਵੀ ਜਾਂਚ ਕਰਕੇ ਕਾਰਵਾਈ ਕਰੂਗੀ। ਜੀ ठीक है, बहुत बहुत धन्यवाद है तमाम जानकारी ਲਈ मनोज। ਤਾਂ ਇਹ ਮਸਲਾ ਵੀ ਹੁਣ ਗੰਭੀਰ ਕਹਿ ਸਕਦੇ ਹਾਂ ਔਰ ਖਾਸ ਤੌਰ ਤੇ ਇਸ ਵੇਲੇ ਚਿੰਤਾ ਦਾ ਵਿਸ਼ਾ ਹੈ। ਔਰ ਜੇਕਰ ਜਲਾਲਪੁਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਾਂਚ 'ਚ ਸ਼ਾਮਿਲ ਹੋਣਗੇ, ਪਰ ਦੂਸਰੇ ਪਾਸੇ ਕਰੀਬ 13 ਕਰੋੜ ਦਾ ਇਹ ਘੁਟਾਲਾ ਹੈ। उधर खेतीबाड़ी विभाग दे विच 100 करोड़ रुपए का घोटाला सामने आया है। किसानां नूं सबसिडी दे विच मशीनां दित्तियां होईयां गायब होईयां ने। पराली प्रबंधन लई ये मशीनां दित्तियां गईयां सन और खेतीबाड़ी विभाग ने सरकार नूं रिपोर्ट सौंपी है। सो खेतीबाड़ी विभाग दे विच 100 करोड़ रुपए का घोटाला पराली प्रबंधन दे लई दित्तियां गईयां सन मशीनां। 20 जिलिਆਂ ਦੇ ਵਿੱਚ 11% मशीनां गायब होईयां ने इस रिपोर्ट के मुताबिक। यानी कि घोटाला जिहड़ा है वो मशीनां दे नाते इत्थे कीता होया
ਸਾਹਮਣੇ ਆ ਰਿਹਾ ਹੈ। ਇਸ ਨੂੰ ਲੈ ਕੇ ਜਾਣਕਾਰੀ ਹੈ 100 ਕਰੋੜ ਰੁਪਏ ਦੀ ਮਸ਼ੀਨਾਂ ਗਾਇਬ ਸਕੀਮ ਦੇ ਤਹਿਤ ਹੋਈਆਂ ਨੇ ਔਰ ਕਰੀਬ 90,000 ਮਸ਼ੀਨਾਂ ਲੱਗਣੀਆਂ ਸਨ, ਜਿਨ੍ਹਾਂ ਦੇ ਵਿੱਚੋਂ 10,000 ਮਸ਼ੀਨਾਂ ਦਾ ਕੋਈ ਅਤਾ ਪਤਾ ਨਹੀਂ ਹੈ, ਯਾਨੀ ਕਿ ਖੁਰਦ-ਬੁਰਦ ਨੇ। 20 ਜ਼ਿਲ੍ਹਿਆਂ ਦੇ ਵਿੱਚ 11% ਮਸ਼ੀਨਾਂ ਗਾਇਬ ਹੋਈਆਂ ਨੇ। ਰਿਪੋਰਟ ਦੇ ਮੁਤਾਬਿਕ ਹੈ 3 ਜ਼ਿਲ੍ਹੇ ਰਿਪੋਰਟ ਦੇਣ ਦੇ ਵਿੱਚ ਨਾਕਾਮ ਰਹੇ ਨੇ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੀ ਸਭ ਤੋਂ ਵੱਧ ਸਬਸਿਡੀ ਦੀਆਂ ਮਸ਼ੀਨਾਂ ਦਿੱਤੀਆਂ ਗਈਆਂ ਸਨ। ਕੇਂਦਰ ਦੇ ਵੱਲੋਂ ਮਿਲੀ ਸਬਸਿਡੀ ਦੇ ਨਾਲ ਦੱਸਦੀ ਕਿ ਮਸ਼ੀਨਾਂ ਗਾਇਬ ਹੋਈਆਂ ਔਰ ਅਧਿਕਾਰੀਆਂ ਤੇ ਸਬਸਿਡੀ ਦੀ ਰਕਮ ਗਬਨ ਕਰਨ ਦਾ ਸ਼ੱਕ ਹੈ। ਦੱਸਦੀ ਕਿ ਪਰਾਲੀ ਸਾੜਨ ਤੇ ਕਾਬੂ ਪਾਉਣ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਇਹ ਮਸ਼ੀਨਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਸਨ ਖਰੀਦਣ ਦੇ ਲਈ। ਔਰ ਇੱਕ ਵਾਰ ਗ੍ਰਾਫਿਕ ਦੇ ਜ਼ਰੀਏ ਵੇਖਦੇ ਹਾਂ, ਫਰੀਦਕੋਟ ਦੇ ਵਿੱਚ 23% ਮਸ਼ੀਨਾਂ ਦਾ ਜ਼ਿਕਰ ਹੈ, ਫਿਰੋਜ਼ਪੁਰ ਦੇ ਵਿੱਚ 17% ਮਸ਼ੀਨਾਂ ਦਾ ਅਤਾ ਪਤਾ ਨਹੀਂ ਹੈ, ਅੰਮ੍ਰਿਤਸਰ ਦੇ ਵਿੱਚ 14% ਮਸ਼ੀਨਾਂ ਗਾਇਬ ਨੇ ਔਰ ਉਸ ਤੋਂ ਬਾਅਦ ਜੇਕਰ ਗੁਰਦਾਸਪੁਰ ਦਾ ਜ਼ਿਕਰ ਕਰੀਏ ਤਾਂ ਇੱਥੇ 14% ਮਸ਼ੀਨਾਂ ਦੀ ਜਾਣਕਾਰੀ ਨਹੀਂ ਹੈ, ਯਾਨੀ ਕਿ ਵੱਖੋ-ਵੱਖ ਜ਼ਿਲ੍ਹੇ ਨੇ। ਫਰੀਦਕੋਟ ਦੇ ਵਿੱਚ 23% ਦਾ ਜ਼ਿਕਰ ਹੈ। ਸੋ 4 ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਕਰੀਬ 13, 17, 23 ਇਸ ਤਰ੍ਹਾਂ ਦੇ ਨਾਲ ਇਹ ਪ੍ਰਤੀਸ਼ਤਤਾ ਦੇ ਹਿਸਾਬ ਦੇ ਨਾਲ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਮਸ਼ੀਨਾਂ ਗਾਇਬ ਹੋਈਆਂ ਨੇ। ਸੋ ਸਕੀਮ ਦੇ ਤਹਿਤ ਮਸ਼ੀਨਾਂ ਖਰੀਦਣ ਨੂੰ ਲੈ ਕੇ ਪੈਸਾ ਦਿੱਤਾ ਗਿਆ ਸੀ ਕਿਸਾਨਾਂ ਨੂੰ 2018-19 ਤੋਂ 2021-22 ਦੇ ਵਿੱਚ 1178 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਸੀ। ਪਰ ਹੁਣ ਇਹ ਗਬਨ ਕਰਨ ਦੇ ਇਹ ਘੁਟਾਲੇਬਾਜ਼ੀ ਦੇ ਜਾਣਕਾਰੀ ਸਾਹਮਣੇ ਆ ਰਹੀ ਹੈ ਔਰ ਸਿੱਧੇ ਤੌਰ ਤੇ ਇਹ ਫੀਸਦ ਦੇ ਹਿਸਾਬ ਦੇ ਨਾਲ, ਯਾਨੀ ਕਿ ਜਿਹੜੀ ਰਿਪੋਰਟ ਸੌਂਪੀ ਗਈ ਹੈ, ਜੇਕਰ ਅਸੀਂ ਸਾਰੇ ਮਾਮਲੇ ਦਾ ਜ਼ਿਕਰ ਕਰ ਰਹੇ ਹਾਂ ਤਾਂ ਰਿਪੋਰਟ ਦੇ ਵਿੱਚ ਇਹਨਾਂ ਦਾ ਜ਼ਿਕਰ ਹੀ ਨਹੀਂ ਹੈ ਔਰ ਜਿੱਥੇ ਸਭ ਤੋਂ ਜ਼ਿਆਦਾ ਇਹ ਮਸ਼ੀਨਾਂ ਨੂੰ ਦਿੱਤਾ ਗਿਆ ਸੀ। ਸੋ ਦੱਸੀ ਕਿ ਸਮੇਂ-ਸਮੇਂ ਤੇ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੀ ਸਬਸਿਡੀ ਦਿੱਤੀ ਜਾਂਦੀ ਹੁੰਦੀ ਹੈ। ਅਮਨ ਭਾਰਦਵਾਜ ਨੇ ਫੋਨ ਲਾਈਨ ਤੇ ਜ਼ਿਆਦਾ ਜਾਣਕਾਰੀ ਲਈ। ਅਮਨ, ਇੱਕ ਮਸਲਾ ਨਵਾਂ ਕਹਿ ਸਕਦੇ ਹਾਂ ਕਿਉਂਕਿ ਇਸ ਤਰ੍ਹਾਂ ਦਾ ਮਸਲਾ ਜਿਹੜਾ ਹੈ ਉਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ। ਸਬਸਿਡੀ ਦੇ ਨਾਂ ਤੇ ਜਿਹੜਾ ਹੈ ਇਹ ਘੁਟਾਲਾ ਸਾਹਮਣੇ ਆ ਰਿਹਾ, ਕੀ ਕੁਝ ਪੂਰੀ ਜਾਣਕਾਰੀ? ਬਿਲਕੁਲ ਗੁਰਜੋਤ, ਕਿਉਂਕਿ ਇਹ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੀ 100 ਕਰੋੜ ਦੀ ਮਸ਼ੀਨਰੀ ਹੈ ਉਹ ਇਸ ਪੂਰੀ ਸਬਸਿਡੀ, ਕਿਉਂਕਿ 1178 ਦੇ ਕਰੀਬ 1178 ਕਰੋੜ ਦੇ ਕਰੀਬ ਦੀ ਜਿਹੜੀ ਹੈ ਉਹ ਪੂਰਾ ਇਹ ਉਸ ਦੇ ਵਿੱਚ 100 ਕਰੋੜ ਦੀ ਮਸ਼ੀਨਰੀ ਦਾ ਸਕੈਮ ਹੈਗਾ। ਔਰ ਜਿਹੜੀ ਰਿਪੋਰਟ ਹੈ ਉਹ ਦਿੱਤੀ ਗਈ ਹੈ ਸੋਮਵਾਰ ਦੇ ਦਿਨ। ਸਾਰੇ ਜ਼ਿਲ੍ਹਿਆਂ ਤੋਂ ਰਿਪੋਰਟ ਦਿੱਤੀ ਗਈ ਹੈ ਕਿ ਕਿਹੜੀ ਖੇਤੀਬਾੜੀ ਨਾਲ ਜੁੜੀ ਹੋਈ ਮਸ਼ੀਨਰੀ ਸੀਗੀ, ਕਿੰਨੇ ਦੀ ਉਹ ਸੀਗੀ ਔਰ ਕਿੱਥੇ ਉਸਦਾ ਕਿਵੇਂ ਇਸਤੇਮਾਲ ਹੋ ਰਿਹਾ ਹੈ। ਔਰ ਉਸ ਨੂੰ ਜਦੋਂ ਪ੍ਰੈਕਟੀਕਲ ਰੂਪ ਚ ਗਰਾਊਂਡ ਤੇ ਦੇਖਿਆ ਗਿਆ ਕਿ ਕਿੱਥੇ ਉਹ ਮਸ਼ੀਨਰੀ ਲੱਗੀ ਹੈ ਤਾਂ 100 ਕਰੋੜ ਦੀ ਮਸ਼ੀਨਰੀ ਅਜਿਹੀ ਸੀ ਗੁਰਜੋਤ ਜੋ ਕਿ ਗਰਾਊਂਡ ਤੇ ਸੀਗੀ ਨਹੀਂ ਔਰ ਕਾਗਜ਼ਾਂ ਚੋਂ ਮੌਜੂਦ ਜ਼ਰੂਰ ਹੈ, ਲੇਕਿਨ 100 ਕਰੋੜ ਉਹ ਕਿੱਥੇ ਲੱਗਿਆ, ਕਿਹੜੀ ਮਸ਼ੀਨਰੀ ਹੈ, ਇਹ ਸਾਬਤ ਕਰਨ ਲਈ ਐਗਰੀਕਲਚਰ ਜਿਹੜਾ ਡਿਪਾਰਟਮੈਂਟ ਹੈ, ਅਫਸਰ ਐਗਰੀਕਲਚਰ ਡਿਪਾਰਟਮੈਂਟ ਦੇ, ਉਹ ਇਸ ਨੂੰ ਫੇਲ ਹੋਏ ਨੇ ਔਰ ਵਿਭਾਗ ਵੱਲੋਂ ਹੀ ਇਸ ਦੀ ਜਿਹੜੀ ਜਾਂਚ ਹੈ ਉਹ ਕੀਤੀ ਗਈ ਸੀ। ਔਰ ਹੁਣ ਸੋਮਵਾਰ ਵਾਲੇ ਦਿਨ ਜਿਹੜਾ ਬੀਤਾ ਸੋਮਵਾਰ ਹੈ ਉਸ ਦਿਨ ਇਸ ਦੀ ਰਿਪੋਰਟ ਜਿਹੜੀ ਹੈ ਉਹ ਸਬਮਿਟ ਕੀਤੀ ਗਈ, ਜਿਸ 'ਚ 3 ਜ਼ਿਲ੍ਹੇ ਹਲੇ ਵੀ ਗੁਰਜੋਤ ਅਜਿਹੇ ਨੇ ਜਿਨ੍ਹਾਂ ਨੇ ਇਸ 'ਚ ਆਪਣੀ ਰਿਪੋਰਟ ਜਿਹੜੀ ਹੈ ਦੇਣ 'ਚ ਨਾਕਾਮ ਨੇ ਔਰ ਅਗਲੇ ਕੁਝ ਦਿਨਾਂ 'ਚ ਉਹਨਾਂ ਤੋਂ ਰਿਪੋਰਟ ਮੰਗੀ ਗਈ ਹੈ ਕਿ ਉਹ ਆਪਣੀ ਇਸ ਮਸ਼ੀਨਰੀ ਬਾਬਤ ਜਿਹੜੀ ਹੈ ਉਹ ਪੂਰੀ ਡਿਟੇਲ ਰਿਪੋਰਟ ਦੇਣ, ਨਹੀਂ ਤਾਂ ਡਿਸਪਲਿਨਰੀ ਜਿਹੜਾ ਐਕਸ਼ਨ ਹੈ ਉਹ ਕੀਤਾ ਜਾਏਗਾ ਉਹਦੇ ਖਿਲਾਫ। ਅਮਨ, ਤੁਸੀਂ 3 ਜ਼ਿਲ੍ਹਿਆਂ ਦਾ ਜ਼ਿਕਰ ਕੀਤਾ, ਉਹ ਕਿਹੜੇ 3 ਜ਼ਿਲ੍ਹੇ ਨੇ ਜਿਹੜੇ ਕਿ ਜਿਨ੍ਹਾਂ ਦੇ ਵੱਲੋਂ ਰਿਪੋਰਟ ਨਹੀਂ ਦਿੱਤੀ ਗਈ ਹੈ, ਨਾਕਾਮ ਨੇ? जो देखो 11% मशीन्स हैं ਜਿਹੜੀਆਂ ਅਨਟ੍ਰੇਸੇਬਲ ਹੈ ਔਰ ਇਹਨਾਂ 'ਚ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਫਰੀਦਕੋਟ 23% और फिरोजपुर, अमृतसर, गुरदासपुर 17%, 14% ਅਤੇ ਫਾਜ਼ਿਲਕਾ 13%, ਬਠਿੰਡਾ 12%। ਇਹਨਾਂ ਨੇ ਜਿਹੜਾ ਹੈ ਉਹ ਰਿਪੋਰਟ ਜਿਹੜੀ ਹੈ ਦਿੱਤੀ ਹੈ, ਪੂਰੀ ਡਿਟੇਲ ਦਿੱਤੀ ਹੈ, ਪਰ ਅਜਿਹੇ 15 ਜ਼ਿਲ੍ਹੇ ਹੋਰ ਵੀ ਨੇ ਜਿਨ੍ਹਾਂ ਦੇ ਇਸ ਪੂਰੇ ਜਿਹੜੀ ਰਿਪੋਰਟ ਮੰਗੀ ਗਈ ਸੀ ਉਸ ਫੇਲ ਹੋਏ ਨੇ। ਤਾਂ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਇੱਕ ਵਾਰ ਆਖਰੀ ਵਾਰਨਿੰਗ ਜਿਹੜੀ ਹੈ ਉਹ ਦਿੱਤੀ ਗਈ ਹੈ, ਕਿਉਂਕਿ 100 ਕਰੋੜ ਦਾ ਇੱਕ ਘਪਲਾ ਹੈ ਔਰ ਪੂਰੀ ਮਸ਼ੀਨਰੀ ਜਿਹੜੀ ਹੈ ਉਹ ਕਿੱਥੇ ਲੱਗੀ ਹੈ ਪੂਰਾ ਉਹਦਾ ਵੇਰਵਾ ਦੇਣ ਲਈ ਨਾਕਾਮ ਹੋਏ ਨੇ ਅਫਸਰ। ਤਾਂ ਉਹਨਾਂ ਨੂੰ ਸੋਮਵਾਰ ਤੱਕ ਦਾ ਹੋਰ ਸਮਾਂ ਦਿੱਤਾ ਗਿਆ ਹੈ ਕਿ ਜਿਹੜੇ ਜ਼ਿਲ੍ਹਿਆਂ 'ਚ ਹਲੇ ਵੀ ਰਿਪੋਰਟ ਪੈਂਡਿੰਗ ਹੈ ਉਹ ਇਸ ਬਾਬਤ ਪੂਰੀ ਰਿਪੋਰਟ ਦੇਣ, ਨਹੀਂ ਤਾਂ ਐਕਸ਼ਨ ਜਿਹੜਾ ਹੈ ਉਹਦੇ ਖਿਲਾਫ ਹੋਏਗਾ। बिल्कुल ठीक है, बहुत बहुत शुक्रिया अमन तमाम जानकारी दी लई। तां ਇਹ ਇੱਕ ਮਾਮਲਾ ਇੱਕ ਨਵਾਂ ਵੱਖਰਾ ਸਾਹਮਣੇ ਆਇਆ ਜਿੱਥੇ ਸਬਸਿਡੀ ਦੇ ਨਾਂ ਤੇ ਘੁਟਾਲੇ ਦਾ ਜ਼ਿਕਰ ਹੈ। 10% ਰਕਮ ਜਿਹੜੀ ਹੈ ਉਹ ਖੁਰਦ-ਬੁਰਦ ਜਾਂ ਕਹਿ ਲਈਏ ਗਬਨ ਕੀਤੀ ਗਈ ਕਿਉਂਕਿ ਉਹ ਮਸ਼ੀਨਾਂ ਦਾ ਹਿਸਾਬ ਕਿਤਾਬ ਨਹੀਂ ਹੈ। उधर 100 करोड़ के कथित खेती घोटाले का मामला है, जिस मामले के वड्डी खबर है खेतीबाड़ी मंत्री कुलदीप धालीवाल का वड्डा बयान इस मामले सामने आया कि पिछली सरकार दे विच 100 करोड़ का घोटाला होया।
ਸੋ ਇਹ ਵੱਡਾ ਬਿਆਨ ਸਾਹਮਣੇ ਆਇਆ। ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਇਹ ਬਿਆਨ ਦਿੰਦੇ ਹੋਏ ਨਜ਼ਰ ਆਏ ਨੇ ਔਰ 100 ਕਰੋੜ ਦੇ ਘੁਟਾਲੇ ਦਾ ਜ਼ਿਕਰ ਹੈ ਕਿ ਪਿਛਲੀ ਸਰਕਾਰ ਦੇ ਵੇਲੇ ਇਹ 100 ਕਰੋੜ ਦਾ ਘੁਟਾਲਾ ਹੋਇਆ, ਯਾਨੀ ਕਿ ਜ਼ਿਕਰ ਹੋ ਰਿਹਾ ਕਾਂਗਰਸ ਸਰਕਾਰ ਦਾ। ਸਰਕਾਰ ਤੇ ਅਧਿਕਾਰੀਆਂ ਦੀ ਜਿਹੜੀ ਮਿਲੀਭਗਤ ਦਾ ਘੁਟਾਲੇ ਦਾ ਜ਼ਿਕਰ ਹੈ। ਕਾਗਜ਼ਾਂ ਦੇ ਵਿੱਚ ਇੱਕ ਮਸ਼ੀਨ ਨੂੰ ਦੱਸਦੀ ਕਿ ਬਾਰ-ਬਾਰ ਦਿਖਾਇਆ ਗਿਆ। ਜੋ ਬਿਆਨ ਵੀ ਤੁਹਾਨੂੰ ਥੋੜੀ ਦੇਰ ਪਹਿਲਾਂ ਸੁਣਵਾਇਆ ਸੀ ਉਸ ਦਾ ਹੀ ਇਹ ਜ਼ਿਕਰ ਕਰ ਰਹੇ ਹਾਂ ਅਸੀਂ ਕਿ ਜੋ ਬਿਆਨ ਦਿੱਤਾ ਗਿਆ ਹੈ ਖੇਤੀਬਾੜੀ ਮੰਤਰੀ ਦੇ ਵੱਲੋਂ, ਕਾਗਜ਼ਾਂ ਦੇ ਵਿੱਚ ਮਸ਼ੀਨ ਨੂੰ ਬਾਰ-ਬਾਰ ਦਿਖਾਇਆ ਗਿਆ। ਸੋ ਇਹ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ। ਬਿੱਲ ਪਾ ਦਿੱਤੇ ਗਏ ਕਈ ਲੱਖਾਂ ਕਰੋੜਾਂ ਦੀ ਘਪਲੇ ਦਾ ਮਾਮਲਾ। ਇਸ ਮਾਮਲੇ ਨੂੰ ਲੈ ਕੇ ਸਰਕਾਰ ਕਿਆ ਕੋਈ ਜਾਂਚ ਕਰਾ ਰਹੀ ਹੈ? ਅਗਰ ਕਰਾ ਰਹੀ ਹੈ ਤਾਂ ਕਿਸ ਤਰ੍ਹਾਂ ਦੀ ਜਾਂਚ ਹੈ? ਇਹਦੀ ਜਾਂਚ ਕਰਾਵਾਂਗੇ ਔਰ ਜਿਸ ਵੀ ਲੈਵਲ ਤੇ ਲੋੜ ਪਈ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰ ਜੇ ਮਾਮਲੇ ਬਾਰੇ ਵੀ ਦੱਸ ਦਿੱਤੀ। 100 ਕਰੋੜ ਦਾ ਕਿਹਾ ਜਾ ਰਿਹਾ ਕਿ ਜਾਣਕਾਰੀ ਮਿਲ ਪਾ ਰਹੀ ਹੈ ਇਸ ਬਾਰੇ? ਨਹੀਂ, ਇਹਦੀ ਜਾਣਕਾਰੀ ਅਸੀਂ ਕਾਫੀ ਇਕੱਠੀ ਕਰ ਰਹੇ ਹਾਂ ਕਿਉਂਕਿ ਮਸ਼ੀਨਾਂ ਪੰਜਾਬ ਦੇ ਵਿੱਚ ਬਹੁਤ ਗਈਆਂ ਜੋ ਕਾਗਜ਼ਾਂ ਦੇ ਵਿੱਚ ਹੈ। ਉਹਦੇ ਲਈ ਹੁਣ ਡਿਊਟੀ ਲਾਈ ਆ ਐਗਰੀਕਲਚਰ ਅਫਸਰਾਂ ਦੀ ਕਿ ਪਤਾ ਕਰੋ ਕਿੱਥੇ ਕਿੱਥੇ ਮਸ਼ੀਨਾਂ ਗਈਆਂ ਕਿੱਥੇ ਨਹੀਂ ਗਈਆਂ। ਇਸ ਕਰਕੇ ਜਿਸ ਵੀ ਲੈਵਲ ਦੇ ਉੱਤੇ, ਜੇ ਮਹਿਕਮੇ ਦੇ ਲੈਵਲ ਤੇ ਲੋੜ ਪਊਗੀ ਮਹਿਕਮਾ, ਜੇ ਵਿਜੀਲੈਂਸ ਦੇ ਲੈਵਲ ਤੇ ਲੋੜ ਪਊਗੀ ਵਿਜੀਲੈਂਸ, ਜਿਸ ਵੀ ਏਜੰਸੀ ਕੋ ਜਾਂਚ ਕਰਾਉਣ ਦੀ ਲੋੜ ਪਈ ਉਹ ਅਸੀਂ ਵਾਚ ਕਰਾਵਾਂਗੇ। ਤਾਂ ਇਹ ਬਿਆਨ ਸਾਹਮਣੇ ਆਇਆ ਜਿਸ ਦਾ ਜ਼ਿਕਰ ਅਸੀਂ ਕਰ ਰਹੇ ਸੀ ਔਰ ਸਿੱਧੇ ਤੌਰ ਤੇ ਤਾਂ ਹੁਣ ਇਹ ਵੱਡਾ ਮਸਲਾ ਬਣ ਚੁੱਕਿਆ ਹੈ। ਕਹਿ ਸਕਦੇ ਹਾਂ ਵੱਡਾ ਮਸਲਾ ਬਣਦਾ ਨਜ਼ਰ ਆ ਰਿਹਾ ਕਿਉਂਕਿ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਕਿਹਾ ਜਾਂਦਾ ਹੈ ਘਾਟੇ ਦੇ ਵਿੱਚ ਚੱਲ ਰਹੀ ਹੈ ਖੇਤੀ, ਤਾਂ ਇਸ ਨੂੰ ਉੱਚਾ ਚੁੱਕਣ ਦੇ ਲਈ, ਇਸ ਨੂੰ ਫਾਇਦੇਮੰਦ ਧੰਦਾ ਬਣਾਉਣ ਦੇ ਲਈ ਸਰਕਾਰਾਂ ਵੱਲੋਂ ਕੰਮ ਕੀਤੇ ਜਾਣ। ਪਰ ਜੇਕਰ ਇਸ ਤਰ੍ਹਾਂ ਦਾ ਘੁਟਾਲਾ ਹੋਇਆ ਔਰ ਉਸ ਦੇ ਜ਼ਿੰਮੇਵਾਰ ਜਿਹੜੇ ਲੋਕ ਨੇ ਉਹਨਾਂ ਨੂੰ ਹੁਣ ਲੈ ਕੇ ਕਹਿ ਸਕਦੇ ਹਾਂ ਕਿ ਕਾਰਵਾਈ ਹੋਣੀ ਬਣਦੀ ਹੈ ਜਾਂ ਫਿਰ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਕਹਿ ਲਈਏ ਕਿ ਉਹਨਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਵੱਧ ਸਕਦੀਆਂ ਨੇ ਕਿਉਂਕਿ ਸਬਸਿਡੀ ਦੇ ਨਾਂ ਤੇ ਜਿਹੜਾ ਇੱਥੇ ਗਬਨ ਕੀਤਾ ਗਿਆ। ਮਸ਼ੀਨਾਂ ਪਹੁੰਚਾਣੀਆਂ ਸੀਗੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਰ ਉਸ ਦੀ ਰਿਪੋਰਟ ਜਦੋਂ ਆਈ ਹੈ ਤਾਂ ਕੁਝ 3 ਜ਼ਿਲ੍ਹਿਆਂ ਦਾ ਜ਼ਿਕਰ ਹੋ ਰਿਹਾ ਜਿਹੜੇ ਰਿਪੋਰਟ ਦੇਣ ਦੇ ਵਿੱਚ ਨਾਕਾਮ ਹੋਏ ਨੇ। ਉੱਥੋਂ ਦੇ ਜ਼ਿੰਮੇਵਾਰ ਅਧਿਕਾਰੀ ਤਾਂ ਉਹਨਾਂ ਨੂੰ ਲੈ ਕੇ ਹੁਣ ਜਵਾਬਦੇਹੀ ਹੋਏਗੀ ਔਰ ਉਹਨਾਂ ਨੂੰ ਲਾਸਟ ਨੋਟਿਸ ਵੀ ਕਰ ਦਿੱਤਾ ਗਿਆ। ਸੋ ਫਰੀਦਕੋਟ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ 23% ਮਸ਼ੀਨਾਂ ਗਾਇਬ ਹੋਈਆਂ ਨੇ ਔਰ ਖਾਸ ਤੌਰ ਤੇ ਫਿਰੋਜ਼ਪੁਰ ਦਾ ਜ਼ਿਕਰ ਕੀਤਾ ਜਾਵੇ ਤਾਂ 17% ਮਸ਼ੀਨਾਂ ਦਾ ਅਤਾ ਪਤਾ ਨਹੀਂ ਹੈ। ਅੰਮ੍ਰਿਤਸਰ ਦੇ ਵਿੱਚ 14% ਮਸ਼ੀਨਾਂ ਗਾਇਬ ਨੇ। ਇਹ ਮਾਝੇ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਗੁਰਦਾਸਪੁਰ ਦੇ ਵਿੱਚ 14% ਮਸ਼ੀਨਾਂ ਦੀ ਜਾਣਕਾਰੀ ਨਹੀਂ ਹੈ। ਤਾਂ ਉਧਰ ਨਾਇਬ ਤਹਿਸੀਲਦਾਰ ਗ੍ਰਿਫਤਾਰ ਹੋਇਆ। ਵੱਡੀ ਖਬਰ ਆਨੰਦਪੁਰ ਸਾਹਿਬ ਤੋਂ ਹੈ ਜਿੱਥੇ ਨਾਇਬ ਤਹਿਸੀਲਦਾਰ ਨੂੰ ਗ੍ਰਿਫਤਾਰ ਕੀਤਾ ਗਿਆ। ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਵਿਜੀਲੈਂਸ ਨੇ ਨਾਇਬ ਤਹਿਸੀਲਦਾਰ ਰਗਬੀਰ ਨੂੰ ਗ੍ਰਿਫਤਾਰ ਕੀਤਾ ਹੈ, ਕਾਬੂ ਕੀਤਾ ਹੈ। ਤਾਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਕ ਹੋਰ ਗ੍ਰਿਫਤਾਰੀ ਨੂੰ ਲੈ ਕੇ ਇੱਕ ਹੋਰ ਕਹਿ ਸਕਦੇ ਹਾਂ ਕਿ ਇੱਥੇ ਭ੍ਰਿਸ਼ਟਾਚਾਰ ਦਾ ਮਾਮਲਾ ਅਨੰਦਪੁਰ ਸਾਹਿਬ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਵਿਜੀਲੈਂਸ ਦੇ ਵੱਲੋਂ ਨਾਇਬ ਤਹਿਸੀਲਦਾਰ ਰਗਬੀਰ ਨੂੰ ਕਾਬੂ ਕੀਤਾ ਗਿਆ ਹੈ ਔਰ ਸਰਕਾਰੀ ਖਜ਼ਾਨੇ ਨੂੰ 4.8 ਕਰੋੜ ਦਾ ਯਾਨੀ ਕਿ ਕਰੀਬ 5 ਕਰੋੜ ਰੁਪਏ ਦਾ ਚੂਨਾ ਲਗਾਉਣ ਦੇ ਇੱਥੇ ਇਲਜ਼ਾਮ ਨਜ਼ਰ ਆ ਰਹੇ ਨੇ। ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਅਨੰਦਪੁਰ ਸਾਹਿਬ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਨਾਇਬ ਤਹਿਸੀਲਦਾਰ ਦੀ ਗ੍ਰਿਫਤਾਰੀ ਹੋਈ ਹੈ। ਰਗਬੀਰ ਨਾਂ ਦੱਸਿਆ ਜਾ ਰਿਹਾ ਨਾਇਬ ਤਹਿਸੀਲਦਾਰ ਦਾ ਜਿਸ ਨੂੰ ਕਾਬੂ ਕੀਤਾ ਗਿਆ। ਕਰੀਬ 5 ਕਰੋੜ ਦਾ ਚੂਨਾ ਲਗਾਉਣ ਦਾ ਇਲਜ਼ਾਮ ਹੈ ਸਰਕਾਰੀ ਖਜ਼ਾਨੇ ਨੂੰ। ਸੋ ਸਿੱਧੇ ਤੌਰ ਤੇ ਹੁਣ ਵੱਡਾ ਮਸਲਾ ਕਹਿ ਸਕਦੇ ਹਾਂ ਕਿਉਂਕਿ ਇੱਕ ਤੋਂ ਬਾਅਦ ਇੱਕ ਅਜਿਹੀਆਂ ਖਬਰਾਂ ਆ ਰਹੀਆਂ ਨੇ। 54 ਏਕੜ ਗੈਰ ਮੁਮਕਿਨ ਪਹਾੜ ਦੀ ਰਜਿਸਟਰੀ ਦਾ ਇੱਥੇ ਜ਼ਿਕਰ ਹੋ ਰਿਹਾ ਹੈ। ਰਜਿਸਟਰੀ ਦਾ ਜ਼ਿਕਰ ਹੋ ਰਿਹਾ ਇੱਥੇ ਜੋ ਇਲਜ਼ਾਮ ਲੱਗੇ ਨੇ 54 ਏਕੜ ਗੈਰ ਮੁਮਕਿਨ ਪਹਾੜ ਦੀ ਰਜਿਸਟਰੀ ਕਰਵਾਈ ਗਈ ਸੀ ਔਰ ਜ਼ਮੀਨ ਦੀ ਕਲੈਕਟਰ ਰੇਟ ਦੇ ਨਾਲੋਂ ਵੱਧ ਰੇਟ ਤੇ ਰਜਿਸਟਰੀ ਕਰਨ ਦਾ ਇਲਜ਼ਾਮ ਹੈ। ਯਾਨੀ ਕਿ ਜੋ ਕਲੈਕਟਰ ਰੇਟ ਜੋ ਇੱਕ ਫਿਕਸ ਹੁੰਦਾ ਹੈ ਹਰ ਇੱਕ ਦੇ ਲਈ ਉਸ ਤੋਂ ਵੱਧ ਰੇਟ ਲਗਾਇਆ ਗਿਆ। ਉਸ ਦੇ ਚੱਲਦੇ ਇਹ ਰਜਿਸਟਰੀ ਕਰਾਈ ਗਈ ਹੈ। ਸੋ 54 ਏਕੜ ਗੈਰ ਮੁਮਕਿਨ ਪਹਾੜ ਦੀ ਰਜਿਸਟਰੀ ਦਾ ਇੱਥੇ ਇਲਜ਼ਾਮ ਲੱਗਿਆ ਜੋ ਇਹ ਸਾਰਾ ਮਾਮਲਾ ਹੈ। ਸੋ ਸਰਕਾਰੀ ਖਜ਼ਾਨੇ ਨੂੰ ਸਿੱਧੇ ਤੌਰ ਤੇ 5 ਕਰੋੜ ਰੁਪਏ ਦਾ ਕਰੀਬ 5 ਕਰੋੜ ਰੁਪਏ ਦਾ ਜਾਂ ਕਹਿ ਲਈਏ ਇਹ ਚੂਨਾ ਜਿਹੜਾ ਹੈ ਉਹ ਲਗਾਇਆ ਗਿਆ ਜੋ ਇਲਜ਼ਾਮ ਲੱਗ ਰਹੇ ਨੇ। ਤਾਂ ਹੁਣ ਇਹ ਗ੍ਰਿਫਤਾਰੀ ਹੋ ਚੁੱਕੀ ਹੈ। ਨਾਇਬ ਤਹਿਸੀਲਦਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਅੱਗੇ ਵਧਦੇ ਹਾਂ। ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੈ ਅੱਜ ਔਰ 11:30 ਵਜੇ ਇਹ ਕੈਬਨਿਟ ਦੀ ਬੈਠਕ ਹੋਏਗੀ। ਕਈ ਅਹਿਮ ਫੈਸਲੇ ਨੇ ਜਿਨ੍ਹਾਂ ਤੇ ਮੋਹਰ ਲੱਗ ਸਕਦੀ ਹੈ। 15 ਅਗਸਤ ਦੇ ਮੌਕੇ ਤੇ ਕੈਦੀਆਂ ਨੂੰ ਰਿਹਾ ਕਰਨ ਨੂੰ ਲੈ ਕੇ ਉਸ ਫੈਸਲੇ ਤੇ ਵੀ ਮੋਹਰ ਲੱਗ ਸਕਦੀ ਹੈ ਕਿਉਂਕਿ ਉਸ ਨੂੰ ਲੈ ਕੇ ਐਲਾਨ ਜਿਹੜਾ ਉਹ ਪਹਿਲਾਂ ਹੀ ਕੀਤਾ ਜਾ ਚੁੱਕਿਆ ਤਾਂ ਕੈਬਨਿਟ ਦੇ ਵਿੱਚ ਮੋਹਰ ਲੱਗਣੀ ਹੁੰਦੀ ਹੈ। ਸੋ ਕਈ ਅਹਿਮ ਫੈਸਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ। ਕੋਈ ਹੋਰ ਫੈਸਲਾ ਵੀ ਖਾਸ ਜਿਹੜਾ ਬੈਠਕ ਦੇ ਵਿੱਚ ਸੰਭਵ ਮੰਨਿਆ ਜਾ ਰਿਹਾ। ਸੋ ਪੰਜਾਬ ਕੈਬਨਿਟ ਦੀ ਅੱਜ ਬੈਠਕ ਹੈ। ਦੱਸ ਦਈਏ ਕਿ 11:30 ਵਜੇ ਦਾ ਸਮਾਂ ਮਿੱਥਿਆ ਗਿਆ ਜਿਸ ਨੂੰ ਲੈ ਕੇ ਇਹ ਬੈਠਕ ਜਿਹੜੀ ਹੈ ਉਹ ਰੱਖੀ ਗਈ ਹੈ ਔਰ ਖਾਸ ਤੌਰ ਤੇ ਕਈ ਅਹਿਮ ਫੈਸਲੇ ਨੇ ਜਿਸ ਨੂੰ ਲੈ ਕੇ ਚਰਚਾ ਕੀਤੀ ਜਾ ਸਕਦੀ ਹੈ ਔਰ ਕੈਦੀਆਂ ਨੂੰ ਰਿਹਾ ਕਰਨਾ ਹੈ। ਕੈਦੀਆਂ ਨੂੰ ਰਿਹਾ ਕਰਨ ਨੂੰ ਲੈ ਕੇ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਿਆ। ਸੋ ਉਸ ਤੇ ਫੈਸਲਾ ਹੋ ਸਕਦਾ ਹੈ।
ਤਾਂ ਕਿਤੇ ਨਾ ਕਿਤੇ ਮੋਹਰ ਲੱਗ ਸਕਦੀ ਹੈ, ਕਹਿ ਸਕਦੇ ਹਾਂ ਕਿ ਇਸ ਫੈਸਲੇ ਤੇ। ਔਰ ਹੋਰ ਵੀ ਕਈ ਅਹਿਮ ਫੈਸਲੇ ਸੰਭਵ ਮੰਨੇ ਜਾਂਦੇ ਨੇ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜੇਕਰ ਅਸੀਂ ਜ਼ਿਕਰ ਵੱਖੋ-ਵੱਖ ਮੁੱਦਿਆਂ ਦਾ ਕਰਦੇ ਹਾਂ, ਕੱਚੇ ਅਧਿਆਪਕਾਂ ਦਾ ਜ਼ਿਕਰ ਕੀਤਾ ਜਾਵੇ ਜਾਂ ਹੋਰ ਅਜਿਹੇ ਕਈ ਮਸਲੇ ਨੇ ਜਿਸ ਨੂੰ ਲੈ ਕੇ ਵਿਚਾਰਿਆ ਖੰਗਾਲਿਆ ਜਾਂਦਾ ਹੈ, ਔਰ ਸਮੇਂ-ਸਮੇਂ ਤੇ ਬਿਆਨ ਜਿਹੜੇ ਨੇ ਉਹ ਸੀਐਮ ਭਗਵੰਤ ਮਾਨ ਦੇ ਖੁਦ ਵੀ ਸਾਹਮਣੇ ਆਏ ਨੇ। ਅੱਗੇ ਵਧਦੇ ਹਾਂ, ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਵੱਡੀ ਖਬਰ ਹੈ। ਪਾਰਟੀ ਢਾਂਚਾ ਭੰਗ ਕਰਨ ਦੇ ਮਗਰੋਂ ਅਕਾਲੀ ਦਲ ਦੀ ਅਹਿਮ ਮੀਟਿੰਗ ਹੈ ਅੱਜ, ਔਰ ਪਾਰਟੀ ਦੇ ਸੀਨੀਅਰ ਆਗੂ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ। ਦੱਸੀ ਕਿ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਕਈ ਮੁੱਦਿਆਂ ਤੇ ਅਹਿਮ ਚਰਚਾ ਹੋਏਗੀ। ਕਈ ਲੀਡਰਾਂ ਦੀ ਨਾਰਾਜ਼ਗੀ ਅਹਿਮ ਮੁੱਦਾ ਹੈ, ਕਹਿ ਸਕਦੇ ਹਾਂ। ਲਗਾਤਾਰ ਪਾਰਟੀ ਲੀਡਰਸ਼ਿਪ ਬਦਲਣ ਦੀ ਮੰਗ ਜਿਹੜੀ ਹੈ ਉੱਠਦੀ ਨਜ਼ਰ ਆ ਰਹੀ ਹੈ। ਅਨੁਸ਼ਾਸਨੀ ਕਮੇਟੀ ਬਣਾਉਣ ਤੇ ਕਈ ਸੀਨੀਅਰ ਅਕਾਲੀ ਆਗੂ ਜਿਹੜੇ ਨੇ ਉਹ ਖਫਾ ਨੇ। ਔਰ ਅੱਜ ਇਸ ਮੀਟਿੰਗ ਨੂੰ ਕਿਵੇਂ ਵੇਖਿਆ ਜਾਏ, ਅਮਨ ਭਾਰਦਵਾਜ ਨੇ ਫੋਨ ਲਾਈਨ ਤੇ ਸਾਡੇ ਨਾਲ। ਅਮਨ, ਇਸ ਮੀਟਿੰਗ ਨੂੰ ਕਿਵੇਂ ਵੇਖ ਸਕਦੇ ਹਾਂ? ਜ਼ਿਕਰਯੋਗ ਇਹ ਵੀ ਹੈ ਕਿਉਂਕਿ ਵਿਕਰਮ ਮਜੀਠੀਆ ਕੱਲ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਏ ਨੇ। ਬਿਲਕੁਲ ਗੁਰਜੋਤ, ਉਹ ਤੇ ਹੈ ਹੀ ਹੈ ਕਿ ਇੱਕ ਪੱਖ ਵਿਕਰਮ ਮਜੀਠੀਆ ਆਉਣ ਵਾਲਾ ਹੈਗਾ ਹੈ, ਔਰ ਖਾਸ ਕਰਕੇ ਅਜਿਹੇ ਕ੍ਰੂਸ਼ੀਅਲ ਟਾਈਮ 'ਚ, ਕਿਉਂਕਿ ਅਕਾਲੀ ਦਲ ਨੂੰ ਜਿਸ ਉਮੀਦ ਜਿਹੜੀ ਹੈ ਉਹ ਵਿਕਰਮ ਮਜੀਠੀਆ ਉਹਨਾਂ ਦੇ ਬਾਹਰ ਆਉਣ ਤੋਂ ਨਜ਼ਰ ਆ ਰਹੀ ਹੈ ਕਿ ਪਾਰਟੀ ਇੱਕ ਨਵੀਂ ਰਾਹ ਤੇ ਨਵੀਂ ਸਟ੍ਰੈਟਜੀ ਦੇ ਨਾਲ ਜਿਹੜੀ ਹੈ ਉਹ ਅੱਗੇ ਵਧੇਗੀ। ਦੂਜੀ ਅਹਿਮ ਗੱਲ ਗੁਰਜੋਤ ਇਹ ਵੀ ਹੈ ਕਿ ਸਟਰਕਚਰ ਭੰਗ ਕਰਨ ਤੋਂ ਬਾਅਦ ਇਹ ਪਹਿਲੀ ਮੀਟਿੰਗ ਜਿਹੜੀ ਹੈ ਉਹ ਅਕਾਲੀ ਦਲ ਕਰ ਰਿਹਾ ਹੈ, ਜੋ ਕਿ ਸੁਖਬੀਰ ਬਾਦਲ ਉਹਨਾਂ ਦੀ ਅਗਵਾਈ 'ਚ ਹੋਏਗੀ। ਔਰ ਅਨੁਸ਼ਾਸਨ ਕਮੇਟੀ ਜਿਹੜੀ ਬਣਾਈ ਗਈ ਹੈ ਉਹਨਾਂ ਨੇ ਵੀ ਅੱਜ ਆਪਣੀ ਚਰਚਾ ਕਰਨੀ ਹੈ ਕਿਹੜੇ ਕਿਹੜੇ ਅਜਿਹੇ ਨਾਮ ਨੇ, ਖਾਸ ਕਰਕੇ ਜਿਵੇਂ ਜਗਮੀਤ ਬਰਾੜ ਹੈ, ਮਨਪ੍ਰੀਤ ਅਯਾਲੀ ਹੈ, ਪ੍ਰੇਮ ਸਿੰਘ ਚੰਦੂ ਮਾਜਰਾ। ਹਾਲਾਂਕਿ ਸੁਖਬੀਰ ਬਾਦਲ ਉਹਨਾਂ ਨਾਲ ਮੁਲਾਕਾਤ ਕਰ ਚੁੱਕੇ ਨੇ, ਪਰ ਜਗਮੀਤ ਬਰਾੜ ਉਹਨਾਂ ਦਾ ਨਾਮ ਵੀ ਇਸ ਕਰਕੇ ਚਰਚਾ 'ਚ ਹੈ ਕਿ ਉਹਨਾਂ ਦੇ ਜਿਹੜੇ ਬਿਆਨ ਨੇ ਜਾਂ ਟਿੱਪਣੀਆਂ ਨੇ ਉਸ ਨੂੰ ਅਕਾਲੀ ਦਲ ਦਾ ਨੁਕਸਾਨ ਜਿਹੜਾ ਹੈ ਉਹ ਝੇਲਣਾ ਪਿਆ ਹੈ। ਤਾਂ ਅਜਿਹੀਆਂ ਚਰਚਾਵਾਂ ਨੇ, ਔਰ ਇਨ ਸਭ ਬਾਬਤ ਚਰਚਾ ਜਿਹੜੀ ਹੈ ਉਹ ਅੱਜ ਦੀ ਮੀਟਿੰਗ 'ਚ ਕੀਤੀ ਜਾਏਗੀ। ਉੱਥੇ ਜ਼ਿਲ੍ਹਾ ਪੱਧਰੀ ਚਾਹੇ ਉਹ ਜਥੇਦਾਰ ਨੇ, ਚਾਹੇ ਉਹ ਕੋਈ ਆਗੂ ਨੇ ਅਕਾਲੀ ਦਲ ਨੇ, ਤਾਂ ਉਹਨਾਂ ਦੀ ਡਿਟੇਲ ਜਿਹੜੀ ਹੈ ਉਹ ਮੰਗਾਈ ਗਈ ਹੈ। ਕੁਝ ਕੁ ਲੀਡਰਸ ਨੂੰ ਸੱਦਿਆ ਵੀ ਗਿਆ ਹੈ, ਔਰ ਇਹ 3 ਵਜੇ ਪਾਰਟੀ ਦਫ਼ਤਰ ਮੀਟਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਖਾਸ ਕਰਕੇ ਪਾਰਟੀ ਦੇ ਸਟਰਕਚਰ ਨੂੰ ਦੁਬਾਰਾ ਕੰਸਟਰਕਟ ਕਰਨੇ ਨੂੰ ਲੈ ਕੇ, ਪਾਰਟੀ ਨੂੰ ਮਜ਼ਬੂਤ ਕਰਨ ਨੂੰ ਲੈ ਕੇ, ਔਰ ਅੱਗੇ ਕਿਸ ਸਟ੍ਰੈਟਜੀ ਦੇ ਨਾਲ ਖਾਸ ਕਰਕੇ ਪਾਰਟੀ ਚੱਲੇਗੀ। ਕਿਉਂਕਿ ਕੱਲ ਵੀ ਅਸੀਂ ਵੇਖਿਆ ਵਿਕਰਮ ਮਜੀਠੀਆ ਬਾਹਰ ਆਉਣ ਤੋਂ ਬਾਅਦ ਜਿਹੜੇ ਉਹਨਾਂ ਦੀ ਬਿਆਨਬਾਜ਼ੀ ਸੀਗੀ, ਖਾਸ ਕਰਕੇ ਬੰਦੀ ਸਿੱਖਾਂ ਦੀ ਰਿਹਾਈ, ਪੰਜਾਬ ਦੇ ਹੋਰ ਮਸਲੇ, ਤਾਂ ਇਹ तमाम ਚੀਜ਼ਾਂ ਬਾਬਤ ਚਰਚਾ ਜਿਹੜੀ ਹੈ ਉਹ ਅੱਜ ਮੀਟਿੰਗ 'ਚ ਕੀਤੀ ਜਾਏਗੀ। ਔਰ ਪਾਰਟੀ ਦੇ ਆਪਣੇ ਸਟਰਕਚਰ ਨੂੰ ਲੈ ਕੇ ਜਿਸ ਨੂੰ ਭੰਗ ਕੀਤਾ ਗਿਆ ਉਸ ਨੂੰ ਦੁਬਾਰਾ ਕੰਸਟਰਕਟ ਕਰਨ ਬਾਬਤ ਚਰਚਾ ਜਿਹੜੀ ਹੈ ਉਹ ਅੱਜ ਦੀ ਮੀਟਿੰਗ 'ਚ ਰਹਿਣ ਵਾਲੀ ਹੈ। ਕੁਝ ਜੀ ਠੀਕ ਹੈ ਅਮਨ, ਧੰਨਵਾਦ ਹੈ तमाम ਜਾਣਕਾਰੀ ਦੇ ਲਈ। ਤਾਂ ਬਹੁਤ ਅਹਿਮ ਮੀਟਿੰਗ ਮੰਨੀ ਜਾ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਮਾਝੇ 'ਚ ਵੱਡੇ ਲੀਡਰ ਜਿਹੜੇ ਨੇ ਉਹ ਇਕੱਠੇ ਹੋਏ ਸਨ, ਔਰ ਉਹ ਵੀ ਮੀਟਿੰਗ ਜਿਹੜੀ ਹੈ ਉਹ ਚਰਚਾ ਰਹੀ ਸੀ। ਅੱਗੇ ਵਧਦੇ ਹਾਂ ਤਾਂ ਗੈਂਗਸਟਰ ਹਰਪ੍ਰੀਤ ਭੁੱਲਰ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। 2 ਮਹੀਨੇ ਤੋਂ ਜ਼ੀਰਕਪੁਰ ਦੇ ਵਿੱਚ ਭੁੱਲਰ ਰਹਿ ਰਿਹਾ ਸੀ। ਸੂਤਰਾਂ ਦੇ ਮੁਤਾਬਿਕ ਜਾਣਕਾਰੀ ਸਾਹਮਣੇ ਆਈ ਹੈ। ਸੋ ਹਰਪ੍ਰੀਤ ਭੁੱਲਰ ਨੂੰ ਲੈ ਕੇ, ਗੈਂਗਸਟਰ ਹਰਪ੍ਰੀਤ ਭੁੱਲਰ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਕਿ 2 ਮਹੀਨੇ ਤੋਂ ਜ਼ੀਰਕਪੁਰ ਦੇ ਵਿੱਚ ਹੀ ਰਹਿ ਰਿਹਾ ਸੀ ਹਰਪ੍ਰੀਤ। ਸੋ ਦੱਸ ਦਈਏ ਕਿ ਗੈਂਗਸਟਰ ਲਗਾਤਾਰ ਇੱਕ ਵੱਡਾ ਮਸਲਾ ਨੇ, ਜਿਸ ਤਰ੍ਹਾਂ ਦੇ ਨਾਲ ਜ਼ਿਕਰ ਲਗਾਤਾਰ ਹੋ ਰਿਹਾ ਹੈ। ਤਾਂ ਹੁਣ ਹਥਿਆਰਾਂ ਦੀ ਤਸਕਰੀ ਇਹ ਕਰਦਾ ਸੀ। ਜੇਕਰ ਇਸ ਗੈਂਗਸਟਰ ਦਾ ਜ਼ਿਕਰ ਕੀਤਾ ਜਾਏ, ਭੁੱਲਰ ਦਾ ਜ਼ਿਕਰ ਕੀਤਾ ਜਾਏ, ਭੁੱਲਰ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਪੁਲਿਸ। ਔਰ ਪੰਜਾਬ ਦੇ ਵਿੱਚ ਇਹ ਹਥਿਆਰ ਸਪਲਾਈ ਹੁੰਦੇ ਸਨ, ਡਰੱਗਸ ਤੇ ਹਥਿਆਰ ਸਪਲਾਈ ਕੀਤੇ ਜਾਂਦੇ ਸੀ। ਇਹ ਵੀ ਸੂਤਰਾਂ ਦੇ ਮੁਤਾਬਿਕ ਜਾਣਕਾਰੀ ਹੈ। ਵਾਹਨਾਂ ਤੇ ਫੇਕ ਨੰਬਰ ਪਲੇਟਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਤਾਂ ਕਿ ਫੜੇ ਨਾ ਜਾਣ, ਤਾਂ ਕਿ ਪਛਾਣ ਨਾ ਹੋ ਸਕੇ। ਸੋ ਫੇਕ ਨੰਬਰ ਪਲੇਟ ਲਗਾ ਕੇ ਵਾਹਨਾਂ ਤੇ ਇੱਧਰ ਉੱਧਰ ਸਰ ਸਪਲਾਈ ਹੁੰਦੀ ਸੀ। ਬੇਸ਼ੱਕ ਉਹ ਹਥਿਆਰਾਂ ਦਾ ਜ਼ਿਕਰ ਕੀਤਾ ਜਾਏ ਜਾਂ ਫਿਰ ਨਸ਼ੇ ਦਾ ਜ਼ਿਕਰ ਕੀਤਾ ਜਾਏ। ਜ਼ੀਰਕਪੁਰ ਦੇ ਵਿੱਚ ਇਹ ਰਿਹਾਇਸ਼ ਸੀ। 2 ਮਹੀਨੇ ਤੋਂ ਲਗਾਤਾਰ ਉੱਥੇ ਰਹਿ ਰਿਹਾ ਸੀ ਭੁੱਲਰ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸੋ ਦੱਸ ਦਈਏ ਕਿ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਗਿਆ ਸੀ ਬੰਬੀਹਾ ਗਰੁੱਪ ਦੇ ਵੱਲੋਂ ਕਿ ਇਹ ਗ੍ਰਿਫਤਾਰੀ ਹੋਈ ਹੈ, ਕਿਤੇ ਐਨਕਾਊਂਟਰ ਨਾ ਹੋ ਜਾਵੇ, ਸ਼ੱਕ ਜ਼ਾਹਿਰ ਕੀਤਾ ਗਿਆ ਸੀ। ਪਰ ਹੁਣ ਲਗਾਤਾਰ ਇਹ ਪੁੱਛਗਿੱਛ ਹੁੰਦੀ ਹੋਈ ਨਜ਼ਰ ਆ ਰਹੀ ਹੈ। ਤਾਂ ਜ਼ਿਆਦਾ ਜਾਣਕਾਰੀ ਦੇ ਲਈ ਮਨੋਜ ਰਾਠੀ ਨੇ ਸਾਡੇ ਨਾਲ। ਮਨੋਜ, ਵੱਡਾ ਮਸਲਾ ਹੈ, ਇੱਕ ਤੋਂ ਬਾਅਦ ਇੱਕ ਗੈਂਗਸਟਰ ਦਬੋਚੇ ਜਾ ਰਹੇ ਨੇ ਕਹਿ ਲਈਏ, ਔਰ ਜਿਸ ਤਰ੍ਹਾਂ ਦੇ ਨਾਲ ਹਥਿਆਰ ਔਰ ਨਸ਼ਾ ਆਮ ਹੋ ਗਿਆ ਹੈ, ਸਪਲਾਈ ਹੋ ਰਿਹਾ ਹੈ, ਤਾਂ ਉਸ ਨੂੰ ਲੈ ਕੇ ਇੱਕ ਵੱਡੀ ਕਾਰਵਾਈ ਹੋ ਸਕਦੀ ਹੈ, ਵੱਡੇ ਖੁਲਾਸੇ ਹੋ ਸਕਦੇ ਨੇ। ਬਿਲਕੁਲ ਗੁਰਜੋਤ, ਇਹ ਬਹੁਤ ਵੱਡੀ ਸਕਸੈਸ ਹੈ ਅਸੀਂ ਕਹਿ ਸਕਦੇ ਹਾਂ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟੀਮ ਦੀ, ਕਿਉਂਕਿ ਹੈਪੀ ਭੁੱਲਰ ਇਹ ਬੰਬੀਹਾ ਗਰੁੱਪ ਦਾ ਐਕਟਿਵ ਸ਼ੂਟਰ ਦੱਸਿਆ ਜਾਂਦਾ ਹੈ।
ਇਹ ਐਕਟਿਵ ਸ਼ੂਟਰ ਹੈ ਤੇ 2017 ਤੋਂ ਲਗਾਤਾਰ ਇਹ ਵਾਂਟਡ ਸੀ ਪੰਜਾਬ ਪੁਲਿਸ ਦਾ, ਚੰਡੀਗੜ੍ਹ ਪੁਲਿਸ ਦਾ, ਕਿਉਂਕਿ ਚੰਡੀਗੜ੍ਹ 'ਚ ਵੀ ਇਹਦੇ ਤੇ ਮਾਮਲਾ ਦਰਜ ਹੈ, ਪੰਜਾਬ 'ਚ ਵੀ ਕਈ ਮਾਮਲੇ ਦਰਜ ਹੈ, ਕਈ ਮਰਡਰ ਇਹਦੇ ਜਿਹੜੇ ਹੈਗੇ ਮਰਡਰ, ਰੰਗਦਾਰੀ, ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਤੇ ਹੈਪੀ ਭੁੱਲਰ ਤੇ ਇਹਦੇ ਜਿਹੜੇ ਦੋ ਸਾਥੀ ਹੈ ਰਾਜਵਿੰਦਰ ਤੇ ਪਰਮਵੀਰ, ਇਹਨਾਂ ਨੂੰ ਵੀ ਅਰੈਸਟ ਕੀਤਾ ਹੈ ਤੇ ਇਹਨਾਂ ਕੋਲੋਂ ਕਾਫੀ ਚੀਜ਼ਾਂ, ਅਸੀਂ ਕਹਿ ਸਕਦੇ 1 ਕਿਲੋ ਹੈਰੋਇਨ, ਕਰੀਬ 80 ਲੱਖ ਡਰਗ ਮਨੀ, ਗੱਡੀਆਂ ਜਿਹੜੀ ਹੈਗੀ ਬਰੀਜ਼ਾ, ਸਕੋਡਾ, ਹੋਰ ਵੀ ਕਈ ਗੱਡੀਆਂ ਜਿਹੜੀਆਂ ਰਿਕਵਰ ਹੋਈ ਹੈ ਜਿਨ੍ਹਾਂ ਦੀ ਨੰਬਰ ਫੇਕ ਨੰਬਰ ਪਲੇਟ ਲਾ ਕੇ ਇਹ ਜਿਹੜੀ ਵੀ ਤਸਕਰੀ ਕਰਦੇ ਸੀ ਜਾਂ ਕਿਸ ਤਰ੍ਹਾਂ ਦਾ ਕ੍ਰਾਸ ਬਾਰਡਰ ਇਹ ਤਸਕਰੀ ਕਰਦੇ ਸੀ। ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਇਹ ਕ੍ਰਾਸ ਬਾਰਡਰ ਜਿਹੜੀ ਡਰੱਗਸ ਦੇ ਨਾਲ ਵੈਪਨਸ ਦੀ ਵੀ ਇਹ ਤਸਕਰੀ ਕਰਦੇ ਸੀਗੇ। ਆਖਿਰ ਇਹ ਕਨੈਕਸ਼ਨ ਕਿਹਦੇ ਨਾਲ ਜੁੜ ਰਿਹਾ ਹੈ, ਇਹ ਹੁਣ ਪੁਲਿਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਕਿ ਪਾਕਿਸਤਾਨ 'ਚ ਬੈਠ ਕੇ ਕਿਹੜਾ ਮਾਸਟਰਮਾਈਂਡ ਜਿਹੜਾ ਹੈਗਾ ਉਹ ਇਹਨਾਂ ਨੂੰ ਸਾਰੀ ਚੀਜ਼ਾਂ ਮੁਹੱਈਆ ਕਰਾ ਰਿਹਾ, ਇਸ ਤੋਂ ਬਾਅਦ ਅੱਗੇ ਇਹ ਸਾਰੀ ਤਸਕਰੀ ਕਰ ਰਹੇ, ਡਰੱਗਸ ਨੂੰ ਲੈ ਕੇ, ਵੈਪਨਸ ਨੂੰ ਲੈ ਕੇ, ਹੋਰ ਕਈ ਐਕਸਕਲੂਸਿਵ ਚੀਜ਼ਾਂ ਨੂੰ ਲੈ ਕੇ ਲਗਾਤਾਰ ਜਿਹੜੀ ਇਹ ਤਸਕਰੀ ਹੋ ਰਹੀ ਹੈ। ਕਿਉਂਕਿ ਇਹਦੇ ਜਿਹੜੀ ਅਰੈਸਟ ਹੋਈ ਹੈ, ਇਸ ਤੋਂ ਪੁੱਛਗਿੱਛ ਕਈ ਚੀਜ਼ਾਂ ਸਾਹਮਣੇ ਆਈਆਂ, ਇਹਦੇ ਕੋਲੋਂ ਬਾਈਕਸ ਵੀ ਬਰਾਮਦ ਹੋਈ ਹੈ, ਸਿਲਵਰ ਕੋਇਨਸ, 골ਡ ਕੋਇਨ, ਕਈ ਚੀਜ਼ਾਂ ਜਿਹੜੀ 80 ਲੱਖ ਡਰਗ ਮਨੀ, ਹੀਰੋਇਨ ਜਿਹੜੀ ਹੈ, ਇਹ ਕਾਫੀ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇੱਕ ਵੱਡਾ ਕਹਿ ਸਕਦੇ ਕਿ 15 ਅਗਸਤ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਧਮਾਕਾ, ਕਿਉਂਕਿ ਗੁਰਜੋਤ ਅਸੀਂ ਦੇਖਿਆ ਕਿ ਕਰਨਾਲ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਕੁਰੂਕਸ਼ੇਤਰ ਜਿਹੜਾ ਐਕਸਪਲੋਸਿਵ ਟਾਈਮਰ, ਹੋਰ ਵੀ ਜਿਹੜੀ ਚੀਜ਼ਾਂ ਰਿਕਵਰ ਹੋਈ ਹੈ, ਇਹ ਸਾਰੇ ਕਨੈਕਸ਼ਨ ਜਿਹੜੇ ਆ ਕਿੱਥੇ ਜੁੜ ਰਹੇ ਹਨ, ਇਹ ਸਾਰੇ ਕਨੈਕਸ਼ਨ ਬਾਰਡਰ ਏਰੀਆ ਤੋਂ ਜੁੜ ਰਹੇ ਹਨ, ਰਿੰਦਾ ਤੋਂ ਜੁੜ ਰਹੇ ਹਨ, ਲਖਬੀਰ ਸਿੰਘ ਰੋਡੇ ਤੋਂ ਜੁੜ ਰਹੇ ਹਨ। ਤੇ ਹੁਣ ਜਿਹੜਾ ਇਹ ਫੜਿਆ ਗਿਆ ਹੈ ਬੰਬੀਹਾ ਗਰੁੱਪ ਦਾ ਐਕਟਿਵ ਸ਼ੂਟਰ, ਇਹਦੇ ਪਿੱਛੇ ਕੌਣ ਹੈ, ਇਹਦੇ ਪਿੱਛੇ ਮਾਸਟਰਮਾਈਂਡ ਕੌਣ ਹੈ, ਇਹਦੇ ਪਿੱਛੇ ਇਹ ਸਾਰੀ ਚੀਜ਼ਾਂ ਕੌਣ ਕਰਾ ਰਿਹਾ, ਇਹਦੇ ਪਿੱਛੇ ਕੌਣ ਮਾਹੌਲ ਖਰਾਬ ਕਰਨ ਦੀ ਪੰਜਾਬ 'ਚ ਕੋਸ਼ਿਸ਼ ਕਰ ਰਿਹਾ ਹੈ, ਪੰਜਾਬ ਦੇ ਨਾਲ ਜਿਹੜੇ ਦੂਜੇ ਸਟੇਟਸ ਹੈ ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਦਿੱਲੀ, ਇੱਥੇ ਕੌਣ ਜਿਹੜਾ ਹੈਗਾ ਮਾਹੌਲ ਖਰਾਬ ਕਰਨ ਦੀ ਜਾਂ ਫਿਰ ਤਸਕਰੀ ਦੀ, ਵੈਪਨਸ ਦੇ ਨਾਲ ਡਰੱਗਸ ਦੀ ਤਸਕਰੀ ਜਿਹੜੀ ਹੈ ਹੋ ਰਹੀ ਹੈ। ਕਿਉਂਕਿ ਇਹ ਵੀ ਜਾਣਕਾਰੀ ਜਿਹੜੀ ਪੁਲਿਸ ਸੋਰਸਿਸ ਤੋਂ ਮਿਲੀ ਹੈ ਕਿ ਇਹ ਲਗਾਤਾਰ ਲੰਬੇ ਸਮੇਂ ਤੋਂ ਇਹ ਤਸਕਰੀ ਕਰ ਰਹੇ ਸੀਗੇ, ਬਾਰਡਰ ਏਰੀਆ ਤੋਂ ਡਰੱਗਸ ਨੂੰ ਲੈ ਕੇ, ਵੈਪਨਸ ਨੂੰ ਲੈ ਕੇ, ਹੋਰ ਵੀ ਕਈ ਚੀਜ਼ਾਂ ਜਿਹੜੀ ਨਸ਼ੀਲੀ ਉਹ ਲੈ ਕੇ ਇਹ ਤਸਕਰੀ ਹੋ ਰਹੀ ਸੀ ਪੰਜਾਬ 'ਚ। ਤੇ ਦੱਸਿਆ ਜਾ ਰਿਹਾ ਢਕੋਲੀ ਜ਼ੀਰਕਪੁਰ ਦਾ ਜਿਹੜਾ ਏਰੀਆ ਹੈ ਉੱਥੋਂ ਇਹਨਾਂ ਨੂੰ ਅਰੈਸਟ ਕੀਤਾ ਹੈ ਤੇ ਜਿਹੜੇ ਦੋ ਸਾਥੀ ਹੈ ਉਹ ਵੀ ਹਿਸਟਰੀ ਸ਼ੀਟਰ ਦੱਸੇ ਜਾ ਰਹੇ ਨੇ, ਰਾਜਵਿੰਦਰ ਤੇ ਪਰਮਵੀਰ ਸਿੰਘ, ਜਿਹੜੇ ਇਹਨਾਂ ਤੋਂ ਵੀ ਹੁਣ ਪੁੱਛਗਿੱਛ ਜਾ ਰਹੀ ਹੈ, ਇਹ ਵੀ ਹਿਸਟਰੀ ਸ਼ੀਟਰ ਦੱਸੇ ਜਾ ਰਹੇ ਨੇ, ਇਹ ਵੀ ਕਈ ਚੀਜ਼ਾਂ 'ਚ ਜਿਹੜੇ ਹੈਗੇ ਉਹ ਵਾਂਟਡ ਸੀਗੇ, ਕਈ ਡਰੱਗਸ ਨੂੰ ਲੈ ਕੇ, ਹਥਿਆਰਾਂ, ਆਰਮਸ ਐਕਟ ਦੇ ਨਾਂ ਤੇ ਮਾਮਲੇ ਦਰਜ ਨੇ, ਯਾਨੀ ਕਿ ਵੈਪਨ ਸਪਲਾਈ ਹੋ ਰਹੇ ਹੈ, ਬਾਰਡਰ ਏਰੀਆ ਤੋਂ ਵੈਪਨ ਸਪਲਾਈ ਹੋ ਰਿਹਾ ਹੈ, ਬਾਰਡਰ ਏਰੀਆ ਤੋਂ ਡਰੱਗ ਸਪਲਾਈ ਹੋ ਰਹੀ ਹੈ, ਬਾਰਡਰ ਏਰੀਆ ਤੋਂ ਐਕਸਪਲੋਸਿਵ ਸਪਲਾਈ ਹੋ ਰਿਹਾ ਹੈ। ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ। ਲਗਾਤਾਰ ਜਿਹੜਾ ਆਈਬੀ ਦਾ ਜਿਹੜੇ ਇਨਪੁਟ ਮਿਲ ਰਹੇ ਹੈ, ਪੰਜਾਬ ਇੰਟੈਲੀਜੈਂਸ ਬਿਊਰੋ ਦੇ ਲਗਾਤਾਰ ਇਨਪੁਟ ਮਿਲ ਰਹੇ, ਹਾਲਾਂਕਿ ਐਂਟੀ ਗੈਂਗਸਟਰ ਟੀਮ ਲਗਾਤਾਰ ਕੰਮ ਕਰ ਰਹੀ ਹੈ ਤੇ ਵੱਡੀ ਸਫਲਤਾ ਵੀ ਉਹਨਾਂ ਨੂੰ ਹਾਸਿਲ ਹੋਈ ਹੈ ਕਿ ਜਿਹੜਾ ਇਹਨਾਂ ਨੂੰ ਅਰੈਸਟ ਕੀਤਾ ਹੈਪੀ ਭੁੱਲਰ, ਹੋਰ ਵੀ ਕਈ ਵੱਡੇ ਖੁਲਾਸੇ ਇਹਦੇ ਕੋਲੋਂ ਪੁੱਛਗਿੱਛ ਸਾਹਮਣੇ ਆ ਰਹੇ ਹੈ ਗੁਰਜੋਤ, ਕਿਉਂਕਿ ਇਹ ਨੈਕਸਸ ਕਿਸ ਤਰ੍ਹਾਂ ਚੱਲ ਰਿਹਾ ਹੈ, ਇਹ ਪੂਰਾ ਜਿਹੜਾ ਨੈਕਸਸ ਕਿਸ ਤਰ੍ਹਾਂ ਚੱਲ ਰਿਹਾ ਹੈ, ਇਹ ਕਿਸ ਤਰ੍ਹਾਂ ਕੌਣ ਚਲਾ ਰਿਹਾ ਹੈ, ਮਾਸਟਰਮਾਈਂਡ ਕੌਣ ਹੈ, ਇਹ ਰਿੰਦਾ ਦਾ ਕਨੈਕਸ਼ਨ ਹੈਗਾ ਜਾਂ ਨਹੀਂ ਹੈਗਾ, ਇਹ ਹੁਣ ਪੁੱਛਗਿੱਛ ਦਾ ਮੈਟਰ ਹੈ। ਲੇਕਿਨ ਇਹਦੇ ਅਰੈਸਟ ਤੋਂ ਬਾਅਦ ਬਹੁਤ ਸਾਰੀ ਚੀਜ਼ਾਂ ਖੁੱਲਦੀਆਂ ਨਜ਼ਰ ਆ ਰਹੀਆਂ, ਬਹੁਤ ਸਾਰੀ ਚੀਜ਼ਾਂ ਡਰੱਗਸ ਨੂੰ ਲੈ ਕੇ, ਵੈਪਨਸ ਨੂੰ ਲੈ ਕੇ, ਐਕਸਕਲੂਸਿਵ ਨੂੰ ਲੈ ਕੇ, ਇਹ ਕਿਸ ਤਰ੍ਹਾਂ ਪੰਜਾਬ ਦੇ ਨਾਲ ਹੋਰ ਜਿਹੜੇ ਦੂਜੇ ਸਟੇਟ ਹੈ ਉੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼, ਵੱਡਾ ਧਮਾਕਾ ਕਰਨ ਦੀ ਜਿਹੜੀ ਕੋਸ਼ਿਸ਼ ਹੈ। ਕਿਉਂਕਿ ਕੁਰੂਕਸ਼ੇਤਰ ਜਿਹੜੇ ਫੜੇ ਗਏ ਸੀ ਸ਼ਮਸ਼ੇਰ ਤੇ ਰੋਬਿਨ, ਉਹਨਾਂ ਤੋਂ ਪੁੱਛਗਿੱਛ 'ਚ ਬਹੁਤ ਚੀਜ਼ਾਂ ਸਾਹਮਣੇ ਆਈ ਹੈ ਕਿ ਰਿੰਦਾ ਕਨੈਕਸ਼ਨ ਸਾਹਮਣੇ ਆ ਰਿਹਾ ਹੈ ਕਿ ਡਰੋਨ ਦੇ ਥਰੂ ਕਿਸ ਤਰ੍ਹਾਂ ਐਕਸਪਲੋਸਿਵ ਤੇ ਡਰੱਗਸ ਪੰਜਾਬ 'ਚ ਸਪਲਾਈ ਹੋ ਰਿਹਾ ਹੈ, ਪੰਜਾਬ ਤੋਂ ਬਾਅਦ ਫਿਰ ਇਹ ਕਿਸ ਤਰ੍ਹਾਂ ਜਿਹੜੇ 18 ਸਾਲ, 19 ਸਾਲ, 20 ਸਾਲ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਲਾਲਚ ਦੇ ਕੇ, ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ, ਉਹਨਾਂ ਨੂੰ ਡਰੱਗਸ ਦਾ ਲਾਲਚ ਦੇ ਕੇ। ਵੱਡੀ ਕਾਰਵਾਈ ਜ਼ਰੂਰ ਕੀਤੀ ਗਈ ਹੈ ਪੁਲਿਸ ਦੇ ਵੱਲੋਂ, ਪਰ ਇਸ ਵੇਲੇ ਅਜੇ ਵੀ ਹੋਰ ਬਹੁਤ ਲੰਬਾ ਪੈਂਡਾ ਹੈ, ਯਾਨੀ ਕਿ ਅਜੇ ਬਹੁਤ ਸਾਰੀਆਂ ਚੀਜ਼ਾਂ ਖੁੱਲਣੀਆਂ ਬਾਕੀ ਨੇ, ਬਹੁਤ ਵੱਡੇ ਅਜੇ ਵੀ ਗੈਂਗਸਟਰ ਬੈਠੇ ਨੇ ਜਿਨ੍ਹਾਂ ਨੂੰ ਦਬੋਚਣਾ ਹੈ। ਅਜੇ ਸ਼ੁਰੂਆਤ ਕਹਿ ਸਕਦੇ ਹਾਂ ਜੇਕਰ ਇਹ ਵੱਡੀ ਬਰਾਮਦਗੀ ਵੀ ਹੋਈ ਹੈ, ਵੱਡੀ ਕਾਰਵਾਈ ਹੋਈ ਹੈ, ਗ੍ਰਿਫਤਾਰੀ ਹੋਈ ਹੈ। ਮਨੋਜ ਗੁਰਜੋਤ, ਕਿਉਂਕਿ ਚਿੰਤਾ ਦਾ ਵਿਸ਼ਾ ਇਸ ਕਰਕੇ ਹੈ ਕਿਉਂਕਿ ਹੁਣ ਗੈਂਗਸਟਰਾਂ ਦੇ ਨਾਲ ਟੈਰਰਿਸਟ ਐਕਟੀਵਿਟੀ ਜਿਹੜੀਆਂ ਉਹ ਵੀ ਲਗਾਤਾਰ ਵਧੀਆਂ। ਪਿਛਲੇ ਦਿਨਾਂ ਜਿੰਨੀ ਵੀ ਇਨਵੈਸਟੀਗੇਸ਼ਨ ਹੋਈ ਹੈ, ਜਿਹੜੇ ਵੀ ਗੈਂਗਸਟਰ ਫੜੇ ਗਏ ਹੈ, ਉਹਦੇ ਵਿੱਚ ਟੈਰਰਿਸਟ ਦਾ ਜਿਹੜਾ ਹੈਗਾ ਸਾਹਮਣੇ ਆਇਆ, ਟੈਰਰਿਸਟ ਦਾ ਕਿਤੇ ਨਾ ਕਿਤੇ ਇਨਵੋਲਵਮੈਂਟ ਸਾਹਮਣੇ ਆਈ ਹੈ। ਰਿੰਦਾ ਇੱਕ ਟੈਰਰਿਸਟ ਜਿਹੜਾ ਪਾਕਿਸਤਾਨ 'ਚ ਬਹਿ ਕੇ ਗੈਂਗਸਟਰਾਂ ਨੂੰ ਕਈ ਚੀਜ਼ਾਂ ਸਪਲਾਈ ਕਰ ਰਿਹਾ, ਜਿੱਦਾਂ ਪਹਿਲਾਂ ਵੀ ਜਿਹੜੇ ਗੈਂਗਸਟਰ ਫੜੇ ਗਏ ਸੀ ਪੰਜਾਬ 'ਚ, ਤੇ ਹਾਲਾਂਕਿ ਹੁਣ ਕਈ ਜਿਹੜੇ ਗੈਂਗਸਟਰ ਹੈ ਉਹ ਟੈਰਰਿਸਟ ਨਾਲ ਮਿਲ ਕੇ, ਕਿਉਂਕਿ ਆਰਪੀਜੀ ਜਦ ਅਟੈਕ ਹੋਇਆ ਸੀਗਾ ਗੁਰਜੋਤ ਜਿਹੜਾ ਸਟੇਟ ਇੰਟੈਲੀਜੈਂਸ ਹੈੱਡਕੁਆਟਰ 'ਚ, ਤਾਂ ਉਹਦੇ ਵਿੱਚ ਰਿੰਦਾ ਦਾ ਨਾਂ ਸਾਹਮਣੇ ਆਇਆ ਸੀਗਾ, ਲੰਡਾ ਦਾ ਨਾਂ ਸਾਹਮਣੇ ਆਇਆ ਸੀਗਾ। ਉਸ ਤੋਂ ਬਾਅਦ ਥੋੜੇ ਦਿਨ ਬਾਅਦ ਇੱਕ ਸੀਸੀਟੀਵੀ ਸਾਹਮਣੇ ਆਉਂਦੀ ਹੈ ਕਿ ਜਿਹੜਾ ਲਾਰੈਂਸ ਬਿਸ਼ਨੋਈ ਦਾ ਇੱਕ ਗੁਰਗਾ ਦੀਪਕ ਉਹਦੇ ਵਿੱਚ ਸ਼ਾਮਿਲ ਸੀਗਾ, ਉਹਦੇ ਵਿੱਚ ਸੀਸੀਟੀਵੀ ਦੇਖਿਆ ਗਿਆ। ਯਾਨੀ ਕਿ ਗੈਂਗਸਟਰ ਪਲੱਸ ਟੈਰਰਿਸਟ ਆਪਸ 'ਚ ਮਿਲ ਕੇ ਇਹ ਕਿਸ ਤਰ੍ਹਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੈ, ਪੰਜਾਬ 'ਚ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਕਿ ਕਿਸ ਤਰ੍ਹਾਂ ਸਪਲਾਈ ਹੋ ਰਹੀ ਹੈ, ਤਾਂ ਹਥਿਆਰਾਂ ਦੀ ਕਿਸ ਤਰ੍ਹਾਂ ਸਪਲਾਈ ਹੋ ਰਹੀ ਹੈ। ਕਿਉਂਕਿ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਹੈ ਕਿ ਜਿਹੜਾ ਮਾਸਟਰਮਾਈਂਡ ਪਾਕਿਸਤਾਨ 'ਚ ਬੈਠਾ ਰਿੰਦਾ, ਹਲੇ ਤਾਂ ਸ਼ੁਰੂਆਤ ਹੈ,
ਜਿਹੜੀ ਐਂਟੀ ਗੈਂਗਸਟਰ ਟੀਮ ਹੈ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਗੁਰਗੇ ਹੈ, ਜਿਹੜੇ ਐਕਟਿਵ ਗੁਰਗੇ ਹੈ, ਚਾਹੇ ਉਹ ਬੰਬੀਹਾ ਗਰੁੱਪ ਦੇ ਗੁਰਗੇ ਹੋਵੇ, ਚਾਹੇ ਉਹ ਲਾਰੈਂਸ ਬਿਸ਼ਨੋਈ ਦੇ ਹੋਵੇ, ਇਹ ਸਾਰਿਆਂ ਦੀ ਧਰਪਕੜ ਤਾਂ ਕਰ ਰਹੀ ਹੈ, ਲੇਕਿਨ ਇੱਕ ਬਹੁਤ ਵੱਡਾ ਨੈਕਸਸ ਗੁਰਜੋਤ, ਬਹੁਤ ਵੱਡਾ ਨੈਕਸਸ ਸਾਹਮਣੇ ਆ ਰਿਹਾ ਹੈ। ਬਹੁਤ ਕਿਸ ਤਰ੍ਹਾਂ ਆਪਰੇਟ ਕਰ ਰਹੇ हैं पंजाब च, किस तरह एक्सप्लोसिव इत्थों मुहैया होता है, दूजे स्टेट तो जा रहा है, किस तरह ये ड्रग्स जिहड़ा हैगा बॉर्डर एरिया तो आके दूजे स्टेट च जा रहा है। क्योंकि शमशेर रॉबिन जे बलजीत नूं फड़िया तां उन्हां तो बहुत कुछ पुछगिछ सामने आई है, चीज़ां बहुत कुछ चीज़ां सामने आई है। इस तो पहला करनाल च जिहड़े फड़े गए सी 4 आतंकी, उन्होंने जिहड़ा दस्सिया सीगा कि रिंदा ने उन्हां नूं भेजिया सीगा एक्सप्लोसिव लेके। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਜਿਹੜੀ ਹੈ ਲਗਾਤਾਰ ਕੰਮ ਕਰ ਰਹੀ ਹੈ ਤੇ ਹੁਣ ਇਹਦੀ ਗ੍ਰਿਫਤਾਰੀ ਤੋਂ ਬਹੁਤ ਚੀਜ਼ਾਂ ਸਾਹਮਣੇ ਆ ਰਹੀ ਹੈ। ਕਈ ਲੋਕਾਂ ਦਾ ਨਾਂ ਸਾਹਮਣੇ ਆ ਰਿਹਾ ਹੈ, ਕਈ ਮਾਸਟਰਮਾਈਂਡ ਦਾ ਨਾਂ ਸਾਹਮਣੇ ਆ ਰਿਹਾ ਹੈ। ਜਲਦੀ ਉਹਨਾਂ ਤੋਂ ਪੁੱਛਗਿੱਛ ਹੋਏਗੀ ਜੀ। ठीक है, बहुत बहुत शुक्रिया तमाम जानकारी के लिए, धन्यवाद है मनोज। तो सीधे तौर पर इस वेले बड़ी बरामदगी भी हुई है, बड़ी गिरफ्तारी भी हुई है और जिस तरह के नाल हुण अगे तो अगे कार्रवाइयां सामने आ रही ने तो बेहद ही इस वेले अहम है ये जो कार्रवाई की गई है। तो हुण ये भी जिक्रयोग है कि जीरकपुर दे विच 2 महीने तो लगातार पनाह लैके भुल्लर रह रहा सी, तो हुण पुछगिछ हो रही है। उधर नापाक हरकतां तो बाज नहीं आ रहा पाकिस्तान, फिर ड्रोन के जरिए दसिए कि असला सुटिया गया पंजाब दे विच। अजनाला सरहदी इलाका जिथे सरहद के नेड़े ये विदेशी हथियार बरामद किए गए ने, तो यह बड़ी बरामदगी है। लगातार उत्थे पैनी नजर बनी हुई है नापाक हरकतां पर लगातार पाकिस्तान दियां अजे भी जारी ने। असला आउंदा है ड्रोन के जरिए, पहला ही खुलासा हो चुका है, लगातार इस नूं लैके चर्चा भी हुंदी है, पर अजे भी असला उस तरह दे नाल चल रहा है। एक नवी टैक्नीक कह सकते हैं जिहड़ी अपनाई हुई है ਇਹਨਾਂ ਲੋਕਾਂ ਦੇ ਵੱਲੋਂ, ਸ਼ਰਾਰਤੀ ਅੰਸਰਾਂ ਦੇ ਵੱਲੋਂ, ਜਿਨ੍ਹਾਂ ਦੇ ਵੱਲੋਂ ਹਥਿਆਰ ਤੇ ਨਸ਼ਾ ਡਰੋਨ ਦੇ ਜ਼ਰੀਏ ਸੁੱਟਿਆ ਜਾਂਦਾ। ਅਜਨਾਲਾ ਦੇ ਵਿੱਚ ਸੁੱਟਿਆ ਗਿਆ, ਸਰਹੱਦ ਦੇ ਨੇੜੇ ਪਿੰਡ ਦੇ ਵਿੱਚ ਇਹ ਡਰੋਨ ਦੇ ਜ਼ਰੀਏ ਹਥਿਆਰ ਬਰਾਮਦ ਹੋਏ ਨੇ। 4 ਪਿਸਤੌਲਾਂ, 8 ਮੈਗਜ਼ੀਨ ਨੇ, 140 ਗੋਲੀਆਂ ਨੇ ਜੋ ਬਰਾਮਦ ਹੋਈਆਂ ਨੇ। ਇੱਕ ਮੇਡ ਇਨ ਅਮਰੀਕਾ ਤੇ ਤੁਰਕੀ ਦੀ ਪਿਸਤੌਲ ਹੈ ਜਿਹੜੀ ਬਰਾਮਦ ਹੋਈ ਹੈ। ਡਰੋਨ ਦੇ ਜ਼ਰੀਏ ਖੇਤਾਂ ਦੇ ਵਿੱਚ ਇਹ ਸਾਰਾ ਕੁਝ ਮਿਲਿਆ ਹੈ ਜੋ ਸੁੱਟਿਆ ਗਿਆ ਸੀ, ਬੈਗ ਦੇ ਵਿੱਚ ਸੁੱਟਿਆ ਗਿਆ ਸੀ। ਪਾਕਿਸਤਾਨੀ ਖੂਫੀਆ ਏਜੰਸੀ ISI ਦੇ ਵੱਲੋਂ ਹਥਿਆਰ ਭੇਜੇ ਜਾਣ ਦਾ शक जाहिर किया जा रहा है। पिंड के लोगों ने पुलिस को ड्रोन की सूचना दी। हैरोइन की खेप भी सुटे जाने का शक है कि नशा भी उस दे विच हो सकता है। तो उधर दूसरे पासे जम्मू कश्मीर दे विच वड्डा अतवादी हमला नाकाम होया। मुठभेड़ दे विच दस्सी कि 2 दहशतगर्द जिहड़े ने ओह ढेर होए ने। राजौरी आर्मी कैंप दे विच वड़न दी कोशिश नाकाम की गई है, यानी कि कैंप दे विच वड़िया जा रहा सी, उथे ये कोशिश नाकाम हुई है। फौज के 3 जवान ने जिहड़े शहीद हुए ने। सुरक्षा बलों ने इलाके नूं घेरिया और फौज का सर्च ऑपरेशन अजे भी चल रहा है। सो दस दईए कि लंबा समय ऑपरेशन चलता है क्योंकि किते ना किते होर एक्टिविटी जिहड़ी हो सकती है उसनूं लैके खदशे हुंदे ने। सो ये अजे भी ऑपरेशन चल रहा, पर यह बड़ी कार्रवाई जिहड़ी है इत्थे सामने आई है क्योंकि एक अतवादी हमला नाकाम किया गया। तो जेकर यह हमला हुंदा तो बड़ा नुकसान हो सकता सी क्योंकि समय समय ते सब नूं याद है कि किस तरह दे नाल इत्थे दहशतगर्द जिहड़े ने वो इस तरह की एक्टिविटी जारी रखते हैं। उसे अलर्ट ते जिहड़ियां फौजां ने वो भारती रहिंदियां ने, तो उन्हां दे वल्लों सरहद ते पूरी नज़र हुंदी है। पर इत्थे राजौरी आर्मी कैंप दे विच वड़न की कोशिश की जा रही सी जिसनूं नाकाम किया गया। फौज के 3 जवान जिहड़े ने वो भी शहीद होए ने। ज्यादा जानकारी के लिए शक्ति ने साडे नाल फोन लाइन ते। शक्ति, क्या कुछ जानकारी और हाल ही की स्थिति क्या कुछ? देखिए, ये जो वाकया है, जो सुबह तड़के का वाकया है और उसके बाद इस पूरे इलाके में जो है वो कार्डन है। इस वक्त मैं मौजूद हूँ, हालांकि गाड़ियों की जो आमद-रफ्त है पूरी तरह से बंद कर दी गई है। किसी भी गाड़ी को बहरहाल से परग्याल की तरफ जो सड़क जाती है वहां पर नहीं जाने दिया जा रहा है। पुलिस और फौज जो है वो पूरी तरह से पूरे इलाके को घेरे हुए है। हालांकि यहाँ के जो अवाम है, जहाँ के जो लोग हैं, उन सबको ये सलाह दी गई है कि वो घरों के अंदर रहें, किसी को भी बाहर निकलने की इजाजत नहीं है। ये एक बहुत बड़ा हमला है क्योंकि जिस कैंप पर हमला किया गया है, इस कैंप के नजदीक ही हम खड़े हैं और इस कैंप जो है वो बिल्कुल एक हाइट पर है और यहाँ पर ये जो हमला हुआ है, इस हमले से बहुत दहशत है यहाँ के लोगों के अंदर भी। और पुलिस और फौज जो है वो पूरी तरह से छान रही है पूरे इलाके को। एक पहाड़ी इलाका है, जंगल भी है यहाँ पर, और ताकि किसी भी एरियाज में, इस एरिया में कोई भी आतंकी जो है वो छुपा ना हो। हालांकि ये भी इतला है कि 2 से 3 आतंकी और भी में छुपे हो सकते हैं, लेकिन इस पूरे एरिया को कार्डन किया गया। तमाम अफीसरान जो फौज और पुलिस के हैं, बड़े अफीसरान मौके पर पहुंच चुके हैं। बारिश का भी मौसम है, बारिश के मौसम के दौरान बारिश भी हो रही है और बारिश के होते हुए मुश्किलों का सामना जरूर करना पड़ रहा है फौज और पुलिस को, लेकिन उसके बावजूद भी पूरे इलाके को छाना जा रहा है। जी।
ठीक है शक्ति, बहुत बहुत धन्यवाद तमाम जानकारी के लिए। तो ਸਾਂਝਾ ਆਪਰੇਸ਼ਨ ਚੱਲ ਰਿਹਾ ਪੁਲਿਸ ਦਾ ਔਰ ਦੂਸਰੇ ਪਾਸੇ ਆਰਮੀ ਦਾ ਇੱਕ ਵੱਡਾ ਹਮਲਾ ਹੈ। ਲੋਕਾਂ ਨੂੰ ਫਿਲਹਾਲ ਜਿਹੜਾ ਕਿਹਾ ਗਿਆ ਹੈ ਔਰ ਥੋੜਾ ਸੰਯਮ ਵਰਤਣ ਦੇ ਲਈ, ਕਿਉਂਕਿ ਆਵਾਜਾਈ ਜਿਹੜੀ ਹੈ ਉਸ ਤੇ ਨਜ਼ਰ ਰੱਖੀ ਜਾ ਰਹੀ ਹੈ, ਉਸ ਨੂੰ ਬੰਦ ਕਰ ਦਿੱਤਾ ਗਿਆ ਹੈ। ਆਪਣੀ ਕਾਰਵਾਈ ਜਿਹੜੀ ਹੁੰਦੀ ਹੈ ਉਹ ਨਾ ਸੁਰੱਖਿਆ ਬਲਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਤਦ 15 ਅਗਸਤ ਨੂੰ ਲੈ ਕੇ ਵੀ ਹਾਈ ਅਲਰਟ ਕਰ ਦਿੱਤਾ ਗਿਆ ਹੈ ਤੇ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਪਹਿਰਾ ਲਗਾ ਕੇ ਬੈਠੀ ਹੈ। ਇਸ ਤੋਂ ਇਲਾਵਾ ਪੈਰਾ ਮਿਲਟਰੀ ਫੋਰਸਿਸ ਜਿਹੜੀਆਂ ਨੇ ਉਹ ਵੀ ਤੈਨਾਤ ਕਰ ਦਿੱਤੀਆਂ ਗਈਆਂ, ਯਾਨੀ ਕਿ 15 ਅਗਸਤ ਆਜ਼ਾਦੀ ਦਿਹਾੜਾ ਉਸ ਤੋਂ ਪਹਿਲਾਂ ਪੂਰੀ ਇਹ ਐਕਟੀਵਿਟੀ ਹੁੰਦੀ ਹੈ। ਹਰ ਵਾਰ ਹਰ ਸਾਲ ਦੀ ਤਰ੍ਹਾਂ ਪੂਰੀ ਤੈਨਾਤੀ ਹੁੰਦੀ ਹੈ, ਪਰ ਇਸ ਵਾਰ ਕੁਝ ਖਾਸ ਹੈ ਕਿਉਂਕਿ ਪੈਰਾ ਮਿਲਟਰੀ ਫੋਰਸਿਸ ਜਿਹੜੀਆਂ ਨੇ ਉਹ ਨਾਲ ਲਗਾਈਆਂ ਗਈਆਂ ਨੇ। ਕਿਸ ਤਰ੍ਹਾਂ ਦੇ ਨਾਲ ਪਿਛਲੇ ਦਿਨਾਂ 'ਚ ਹਾਲਾਤ ਰਹੇ ਨੇ, ਬੇਸ਼ੱਕ ਉਹ ਅਸਲੇ ਦੀ ਬਰਾਮਦਗੀ ਹੋਏ ਜਾਂ ਫਿਰ ਕਈ ਅਜਿਹੀਆਂ ਸਾਜ਼ਿਸ਼ਾਂ, ਮੋਹਾਲੀ ਦੇ ਵਿੱਚ ਹੋਇਆ ਅਟੈਕ ਹੋਵੇ, ਕਰਨਾਲ ਦੇ ਵਿੱਚ ਜੋ ਬਰਾਮਦਗੀ ਹੋਈ ਸੋ ਉਸ ਦੇ ਮੱਦੇਨਜ਼ਰ ਕਹਿ ਸਕਦੇ ਹਾਂ ਕਿ ਜ਼ਿਆਦਾ ਸਖਤਾਈ ਨਜ਼ਰ ਆ ਰਹੀ ਹੈ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਪੈਰਾ ਮਿਲਟਰੀ ਫੋਰਸਿਸ ਜਿਹੜੀਆਂ ਨੇ ਉਹ ਵੀ ਪਹੁੰਚ ਗਈਆਂ ਨੇ। ਪੈਰਾ ਮਿਲਟਰੀ ਫੋਰਸ ਦੀਆਂ 7 ਤੋਂ 8 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਨੇ ਔਰ ਕੱਲ ਰਾਤ ਕਈ ਥਾਈਂ ਪੁਲਿਸ ਨੇ ਵਿਸ਼ੇਸ਼ ਚੈਕਿੰਗ ਅਭਿਆਨ ਵੀ ਚਲਾਇਆ, ਜਿਸ ਦੀਆਂ ਤਸਵੀਰਾਂ ਵੀ ਅਸੀਂ ਵੇਖ ਪਾ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਸਰਚ ਆਪਰੇਸ਼ਨ ਚੱਲ ਰਿਹਾ। ਬਾਹਰੀ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਤਲਾਸ਼ੀ ਜਿਹੜੀ ਹੈ ਉਹ ਲਈ ਜਾ ਰਹੀ ਹੈ। 15 ਅਗਸਤ ਨੂੰ ਲੈ ਕੇ ਪੰਜਾਬ 'ਚ ਅਲਰਟ ਜਾਰੀ ਕੀਤਾ ਹੋਇਆ, ਜਿਹਦੇ ਵਿੱਚ ਹੁਣ ਪੰਜਾਬ ਪੁਲਿਸ ਦੇ ਨਾਲ-ਨਾਲ ਜਿਹੜੇ ਐਕਸਟਰਾ ਪੈਰਾ ਮਿਲਟਰੀ ਫੋਰਸਿਸ ਹੈ ਉਹ ਵੀ ਹੁਣ ਤੈਨਾਤ ਕੀਤੀ ਗਈ ਹੈ। ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਜਿਹੜਾ ਉਹ ਖਰਾਬ ਨਾ ਹੋਵੇ, ਇਸ ਕਰਕੇ ਜਿਹੜੇ ਵੱਡੇ ਆਫੀਸਰ ਹੈ ਉਹ ਵੀ ਹੁਣ ਸੜਕਾਂ ਤੇ ਮੌਜੂਦ ਨੇ ਤੇ ਐਕਸਟਰਾ ਪੈਰਾ ਮਿਲਟਰੀ ਫੋਰਸਿਸ ਦੇ ਨਾਲ ਮਿਲ ਕੇ ਪੂਰੀ ਜਿਹੜੇ ਸਪੈਸ਼ਲ ਇਲਾਕੇ ਜਾਂ ਫਿਰ ਚੈਕਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ, ਸਰਚ ਆਪਰੇਸ਼ਨ ਕੀਤਾ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜੀਰਕਪੁਰ ਨੈਸ਼ਨਲ ਹਾਈਵੇ ਹੈ ਜਿੱਥੇ ਇਹ ਸਾਰਾ ਜਿਹੜਾ ਹੈ ਚੈਕਿੰਗ ਕੀਤੀ ਜਾ ਰਹੀ ਹੈ। ਐਕਸਟਰਾ ਪੈਰਾ ਮਿਲਟਰੀ ਫੋਰਸਿਸ ਵੀ ਜਿਹੜੀ ਹੈ ਉਹ ਲਾਈ ਗਈ ਹੈ, ਜਿਹਨੂੰ ਲੈ ਕੇ ਖੁਦ ADGP SSP ਹੋਰ ਜਿਹੜੇ ਵੱਡੇ ਅਧਿਕਾਰੀ ਹੈ ਉਹ ਮੌਕੇ ਤੇ ਪਹੁੰਚ ਕੇ ਜਿਹੜਾ ਹੈ ਜਾਇਜ਼ਾ ਲੈਂਦੇ ਨਜ਼ਰ ਆ ਰਹੇ ਨੇ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜੀਰਕਪੁਰ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਨੇ ਜਿੱਥੇ ਐਕਸਟਰਾ ਪੈਰਾ ਮਿਲਟਰੀ ਫੋਰਸਿਸ ਵੀ ਲਾਈ ਗਈ ਨੇ ਤੇ ਵੱਡੇ ਜਿਹੜੇ ਆਫੀਸਰਸ ਨੇ ਉਹਨਾਂ ਵੱਲੋਂ ਵੀ ਪੂਰੀ ਚੈਕਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ। ਸਾਡੇ ਨਾਲ ਜਿਹੜੇ ਸੀਨੀਅਰ ਆਫੀਸਰਸ ਨੇ ਉਹ ਸਾਡੇ ਨਾਲ ਨੇ। ਸਰ, ਚूंकि 15 ਅਗਸਤ ਨੂੰ ਲੈ ਕੇ ਤਿਆਰੀਆਂ ਜਿਹੜੀ ਕੀਤੀ ਜਾ ਰਹੀ ਹੈ, ਅਲਰਟ ਜਾਰੀ ਹੈ, ਕਿਸ ਤਰ੍ਹਾਂ ਦੀ ਤਿਆਰੀਆਂ ਨੇ? ਐਕਸਟਰਾ ਪੈਰਾ ਮਿਲਟਰੀ ਫੋਰਸਿਸ ਵੀ ਲਾਈਆਂ ਗਈਆਂ ਨੇ। ਨਹੀਂ, ਸਾਡੀ ਜਿਵੇਂ DGP ਸਾਹਿਬ ਪੰਜਾਬ ਦੀ ਹਦਾਇਤਾਂ ਮੁਤਾਬਕ ਆਲ ਅਕ੍ਰੋਸ ਪੰਜਾਬ ਸੀਨੀਅਰ ਆਫੀਸਰਸ ਨੂੰ ਡਿਸਟ੍ਰਿਕਟ ਵਾਈਜ਼ ਰੇਂਜਸ ਵਾਈਜ਼ ਏਰੀਆ ਵੰਡੇ ਗਏ ਨੇ। ਮੇਰੇ ਕੋਲ ਜਿਵੇਂ ਮੋਹਾਲੀ ਡਿਸਟ੍ਰਿਕਟ ਹੈਗਾ ਤੇ ਏਰੀਆ ਹੈਗਾ ਤੇ ਸਾਰੇ ਪਾਸੇ ਮੈਕਸਿਮਮ ਫੋਰਸ ਮੋਬਿਲਾਈਜੇਸ਼ਨ ਸਾਡੀ ਆਪਣੀ ਰਿਸੋਰਸਿਸ ਪੰਜਾਬ ਪੁਲਿਸ ਦੇ ਸਾਡੇ ਬਟਾਲੀਅਨਸ ਦੇ ਵਿੱਚੋਂ ਉਹ ਸਾਰਿਆਂ ਨੇ ਮਿਲ ਕੇ ਇਹਨੂੰ ਕਰ ਰਹੇ ਹੈਗੇ। SSP ਸਾਹਿਬ ਨੇ ਬੜਾ ਇਲੈਬੋਰੇਟ ਪਲਾਨ, ਦਿਨ ਰਾਤ ਚੈਕਿੰਗ ਚੱਲ ਰਹੀ ਹੈ, ਕਦੀ ਅਰਲੀ ਮਾਰਨਿੰਗ ਕਦੀ ਨਾਈਟ ਦੇ ਵਿੱਚ ਸਪੈਸ਼ਲ ਆਪਰੇਸ਼ਨ ਚੈਕਿੰਗ ਵਗੈਰਾ ਚੱਲ ਰਹੇ ਹੈ। ਬਿਲਕੁਲ ਇਸੇ ਦੇ ਲਈ ਸਾਨੂੰ ਕੁਝ ਐਕਸਟਰਾ ਪੈਰਾਮਿਲਟਰੀ ਫੋਰਸਿਸ ਵੀ ਮਿਲੀ ਹੈ। ਮੋਹਾਲੀ ਡਿਸਟ੍ਰਿਕਟ ਜੋ ਕਿ ਬਹੁਤ ਸੈਂਸਿਟਿਵ ਐਂਡ ਇੰਪੋਰਟੈਂਟ ਹੈਗਾ, ਇੱਥੇ ਥੋੜੀ ਹੋਰ ਕੰਸਨਟ੍ਰੇਸ਼ਨ ਐਂਡ ਵੀ ਆਰ ਟੇਕਿੰਗ ਕੇਅਰ ਦੈਟ ਦਾ ਸਿਚੁਏਸ਼ਨ ਰਿਮੇਨਸ ਪੀਸਫੁਲ, ਸਾਰੇ ਸਿਟੀਜ਼ਨ ਸੇਫ ਰਹਿਣ ਤੇ ਜਿਹੜਾ ਸਾਡਾ ਆਜ਼ਾਦੀ ਦਾ ਮਹੋਤਸਵ ਹੈਗਾ, ਜਿਹੜਾ 75th ਐਨੀਵਰਸਰੀ ਹੈ ਇੰਡੀਪੈਂਡੈਂਸ ਡੇ ਦੀ, ਇਹ ਅੱਛੇ ਤਰੀਕੇ ਨਾਲ ਲੋਕ ਵੀ ਇਹਦੇ 'ਚ ਇਨਵੋਲਵ ਹੋ ਕੇ ਪੂਰਾ ਕਰਨ ਤੇ ਸਾਡੇ ਵੱਲੋਂ ਵੀ ਪੂਰੀ ਤਿਆਰੀ ਹੋਵੇ। तो तस्वीरां सामने आईਆਂ ਨੇ ਕਿ ਚੈਕਿੰਗ ਅਭਿਆਨ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਤਾਂ ਪੂਰੀ ਸਖਤਾਈ ਨਜ਼ਰ ਆ ਰਹੀ ਹੈ ਹਰ ਪਾਸੇ ਔਰ ਕਹਿ ਸਕਦੇ ਹਾਂ ਕਿ ਬਾਰਡਰ ਜਿਹੜਾ ਹੈ ਨਾਲ ਲੱਗਦੇ ਇਲਾਕੇ ਨੇ ਉੱਥੇ ਜ਼ਿਆਦਾ ਸਖਤਾਈ ਕੀਤੀ ਜਾ ਰਹੀ ਹੈ। ਉਧਰ ਐਕਸ਼ਨ ਦੇ ਵਿੱਚ DGP ਗੌਰਵ ਯਾਦਵ ਦੇ ਵੱਲੋਂ ਦੱਸੀ ਕਿ ਹਾਈ ਲੈਵਲ ਮੀਟਿੰਗ ਕੀਤੀ ਗਈ ਹੈ। 4 ਪੁਲਿਸ ਰੇਂਜਾਂ ਦੇ ਅਧਿਕਾਰੀਆਂ ਦੇ ਨਾਲ ਇਹ ਬੈਠਕ ਹੋਈ ਹੈ। ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਮੀਖਿਆ ਕੀਤੀ ਗਈ ਹੈ। CPS ਔਰ SSPs ਨੂੰ ਪੁਲਿਸ ਥਾਣਿਆਂ ਨੂੰ ਹੋਰ ਮਜ਼ਬੂਤ ਕਰਨ ਨੂੰ ਲੈ ਕੇ